हेलो, गुड इवनिंग व्यूअर्स। कैसे हैं आप सब? सिंदरपाल जी, सत श्री अकाल। Live सत श्री on अकाल जी। one touch only. सत श्री अकाल मैम। बहुत चंगा लगे, आज जल्दी कनेक्ट हो गए हैं ਅਸੀਂ। हाँ जी, in one touch only. नेटवर्क इज वेरी गुड। हाँ जी। ਦੋਸਤੋ, ਅੱਜ ਅਸੀਂ ਸਟ੍ਰੈਟੇਜਿਕ ਮੈਨੇਜਮੈਂਟ ਦੇ ਬਾਰੇ ਸਿੰਦਰਪਾਲ ਜੀ ਨਾਲ ਗੱਲ ਕਰਾਂਗੇ। ਸਿੰਦਰਪਾਲ ਜੀ, ਆਪ ਦਾ ਫੇਸਬੁੱਕ ਤੇ ਬਹੁਤ ਬਹੁਤ ਸਵਾਗਤ ਹੈ। ਮੈਨੇਜਮੈਂਟ ਤੇ ਗੱਲ ਕਰਨੀ ਹੈ, ਤੁਸੀਂ ਇਹਦੇ ਬਾਰੇ ਥੋੜੀ ਇੰਟਰੋਡਕਸ਼ਨ ਦਿਓ ਪਹਿਲੇ। ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਔਰ ਇੰਟਰੋਡਕਸ਼ਨ ਤਾਂ ਹੈਗੀ ਆ, ਆਪਣਾ ਟੌਪਿਕ ਹੈਗਾ ਕਿ ਸਟ੍ਰੈਟੇਜਿਕ ਮੈਨੇਜਮੈਂਟ। ਸਟ੍ਰੈਟੇਜਿਕ ਮੈਨੇਜਮੈਂਟ ਇਹਦਾ ਮਤਲਬ ਹੁੰਦਾ ਹੈ ਜੋ ਆਪਾਂ ਸਟ੍ਰੈਟਜੀ ਬਣਾਉਂਦੇ ਆ। ਮਤਲਬ ਕਿ ਆਪਣੀ ਕੰਪਨੀ ਦੀ ਆਰਗੇਨਾਈਜੇਸ਼ਨ ਦੇ ਕੁਝ ਗੋਲਸ ਹੁੰਦੇ ਆ, ਕੁਝ ਆਬਜੈਕਟਿਵਸ ਹੁੰਦੇ ਆ, ਚਾਹੇ ਉਹ ਲੌਂਗ ਟਰਮ ਦੇ ਹੋਣ ਚਾਹੇ ਉਹ ਸ਼ਾਰਟ ਟਰਮ ਦੇ ਹੋਣ। ਉਹਨੂੰ ਅਚੀਵ ਕਰਨ ਦੇ ਲਈ ਇੱਕ ਯੋਜਨਾ ਹੁੰਦੀ ਆ, ਉਹਨੂੰ ਅਸੀਂ ਸਟ੍ਰੈਟਜੀ ਬੋਲਦੇ ਆ। ਔਰ ਮੈਨੇਜਮੈਂਟ ਦਾ ਮਤਲਬ ਹੁੰਦਾ ਕਿ ਪ੍ਰੋਸੈਸ। ਇਹਦੇ ਵਿੱਚ ਹੁੰਦਾ ਜਿਵੇਂ ਆਪਾਂ ਕਿਸੇ ਨਾਲ ਡੀਲ ਕਰਦੇ ਆ, ਲੋਕਾਂ ਨਾਲ ਡੀਲ ਕਿਵੇਂ ਕਰਨਾ ਆ, ਮੈਨੇਜਿੰਗ ਕਿਵੇਂ ਕਰਦੇ ਆ, ਉਹਨਾਂ ਨੂੰ ਲੀਡਿੰਗ ਕਰਦੇ ਆ, ਆਰਗੇਨਾਈਜ਼ਿੰਗ ਕਰਦੇ ਆ, ਪਲੈਨਿੰਗ ਕਰਦੇ ਆ। ਇਹਨਾਂ ਨੂੰ ਆਪਾਂ ਮੈਨੇਜਮੈਂਟ ਬੋਲਦੇ ਆ। ਮੀਨਸ ਆਪਾਂ ਡਿਫਰੈਂਟ ਟੂ ਸਟ੍ਰੈਟਜੀਜ਼ ਕ੍ਰੀਏਟ ਕਰਦੇ ਆ, ਜਿਹਨੂੰ ਆਪਾਂ ਇੱਕ ਕੰਪਨੀ ਦੇ ਅੰਦਰ ਜਿੰਨੇ ਵੀ ਮੈਂਬਰਸ ਨੇ, ਕੋਆਰਡੀਨੇਟਰ ਨੇ, ਜੋ ਆਪਣੇ ਗੋਲ ਨੂੰ ਅਚੀਵ ਕਰਨ ਚ ਉਹਨਾਂ ਸਟ੍ਰੈਟਜੀਜ਼ ਤੇ ਕੰਮ ਕਰਦੇ ਆ। ਸੋ ਡਿਫਰੈਂਟ ਸਟ੍ਰੈਟਜੀਜ਼ ਬਣਾ ਕੇ ਉਹਨੂੰ ਇੰਪਲੀਮੈਂਟ ਕਰਦੇ ਆ, ਦੇਖਦੇ ਆ ਅਗਰ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਚੇਂਜ ਕਰਦੇ ਆ। ਕਿਉਂਕਿ ਸਾਨੂੰ ਪਤਾ ਵੱਧਦੀ ਹੋਈ ਟੈਕਨੋਲੋਜੀ ਔਰ ਮਤਲਬ ਜ਼ਿਆਦਾ ਇੰਟਰਨੈਟ ਦੇ ਆਉਣ ਦੇ ਨਾਲ ਜਿਹੜਾ ਹੈਗਾ ਕਾਫੀ ਕੁਝ ਚੇਂਜ ਹੋਇਆ, ਜਿਵੇਂ ਕਿ ਕਾਫੀ ਫੀਲਡਸ ਦੇ ਵਿੱਚ ਚੇਂਜ ਹੋਇਆ, ਜਿਵੇਂ ਕਿ ਈ ਕਮਰਸ ਦੇ ਵਿੱਚ, ਡਿਜੀਟਲ ਮਾਰਕੀਟਿੰਗ, ਸਟਾਕ ਐਕਸਚੇਂਜ ਦੇ ਵਿੱਚ, ਫੰਡਿੰਗ ਟੈਕਨੋਲੋਜੀ ਚ। ਸੋ ਇਹਦੇ ਨਾਲ ਹੈਗਾ ਕਿ ਕਸਟਮਰ ਦੀ ਡਿਮਾਂਡ ਵੀ ਜਿਹੜੀ ਹੈਗੀ ਉਹ ਚੇਂਜ ਹੋਈ ਹੈ, ਸਪਲਾਈ ਦੀ ਵਜ੍ਹਾ ਵੀ ਜਿਹੜੀ ਚੇਂਜ ਹੋਈ ਆ, ਕਿਉਂਕਿ ਦੇਖੋ ਪੋਪੂਲੇਸ਼ਨ ਵੀ ਕਿੰਨੀ ਇਨਕਰੀਜ਼ ਹੋਈ ਆ। ਸੋ ਕੰਪੀਟੀਸ਼ਨ ਬਹੁਤ ਹੋਇਆ ਮਾਰਕੀਟ 'ਚ, ਇਹਨਾਂ ਸਭ ਚੀਜ਼ਾਂ ਦੇ ਆਉਣ ਨਾਲ ਸਟ੍ਰੈਟੇਜਿਕ ਮੈਨੇਜਮੈਂਟ ਦੀ ਜਿਹੜੀ ਡਿਮਾਂਡ ਆ ਉਹ ਬਹੁਤ ਵੱਧ ਗਈ ਆ। ਇਹਨੂੰ ਸਮਝਣਾ ਜ਼ਰੂਰੀ ਆ, ਕਿਉਂਕਿ ਅਗਰ ਇਹਦਾ ਸਾਨੂੰ ਪਤਾ ਹੋਏਗਾ, ਇਹਦੀ ਨੌਲੇਜ ਹੋਏਗੀ, ਤਾਂ ਅਸੀਂ ਡਿਫਰੈਂਟ ਤਰੀਕੇ ਨਾਲ ਇੱਕ ਸਟ੍ਰੈਟਜੀ ਬਣਾ ਸਕਾਂਗੇ, ਉਹਨੂੰ ਇੰਪਲੀਮੈਂਟ ਕਰ ਸਕਾਂਗੇ ਔਰ ਦੇਖ ਸਕਾਂਗੇ ਕਿ ਇਹ ਸਟ੍ਰੈਟਜੀ ਤੋਂ ਸਾਨੂੰ ਕੀ ਫੀਡਬੈਕ ਆ ਰਿਹਾ, ਕਿੰਨਾ ਬੈਨੀਫਿਟ ਹੋ ਰਿਹਾ। ਅਗਰ ਨਹੀਂ ਬੈਨੀਫਿਟ ਤਾਂ ਕਿਵੇਂ ਉਹਨੂੰ ਚੇਂਜ ਕਰਨਾ ਆ। ਤਾਂ ਇਹ ਸਾਰਾ ਜਿਹੜਾ ਹੈਗਾ ਤਾਂ ਕਿ ਅਸੀਂ ਆਪਣੀ ਆਰਗੇਨਾਈਜੇਸ਼ਨ ਦੇ ਮੋਟਿਵ ਨੂੰ ਜਿਹੜਾ ਹੈਗਾ ਉਦ ਤੱਕ ਪਹੁੰਚ ਸਕੀਏ। ਸੋ ਸਟ੍ਰੈਟੇਜਿਕ ਮੈਨੇਜਮੈਂਟ ਦੀ ਡੈਫੀਨੇਸ਼ਨ ਹੈਗੀ ਕਿ ਇਜ਼ ਅ ਡਾਇਨਾਮਿਕ ਪ੍ਰੋਸੈਸ ਆਫ ਫਾਰਮੂਲੇਸ਼ਨ, ਇੰਪਲੀਮੈਂਟੇਸ਼ਨ, ਇਵੈਲੂਏਸ਼ਨ ਐਂਡ ਕੰਟਰੋਲ ਆਫ ਸਟ੍ਰੈਟਜੀਜ਼ ਟੂ ਰਿਅਲਾਈਜ਼ ਦ ਆਰਗੇਨਾਈਜੇਸ਼ਨ ਸਟ੍ਰੈਟੇਜਿਕ ਇੰਟੈਂਟ। ਔਰ ਇਹਦੀਆਂ ਕੁਝ ਨਾ ਮਤਲਬ ਕਿ ਇਹਦੇ ਕੁਝ ਪਾਰਟਸ ਹੁੰਦੇ ਆ, ਕੁਝ ਮਤਲਬ ਕਿ ਕੁਝ ਡਿਫਰੈਂਟ ਡਿਫਰੈਂਟ ਪਾਰਟਸ ਵਿੱਚ ਕੰਮ ਕਰਦੀ ਹੁੰਦੀ ਆ, ਸਟੇजेस ਹੁੰਦੀਆਂ ਨੇ ਕੁਝ। ਸਟੇजेस ਆਫ ਸਟ੍ਰੈਟੇਜਿਕ ਮੈਨੇਜਮੈਂਟ ਦੀਆਂ ਫਰਸਟ ਦੇ ਵਿੱਚ ਇਹ ਹੁੰਦਾ ਕਿ ਸਟ੍ਰੈਟਜੀ ਫਾਰਮੂਲੇਸ਼ਨ। ਮੀਨਸ ਕੁਝ ਬਣਾਉਣਾ ਹੈ, ਕੁਝ ਫਾਰਮੂਲੇਟ ਕਰਨਾ ਹੈ, ਕੁਝ ਕ੍ਰੀਏਟ ਕਰਨਾ ਹੈ। ਜੋ ਓਨਰਸ, ਚੇਅਰ ਆਫ ਬੋਰਡਸ, ਇਹ ਸਾਰੇ ਜਿਹੜੇ ਹੁੰਦੇ ਆ ਮੈਂਬਰਸ ਸਟ੍ਰੈਟਜੀਜ਼ ਬਣਾਉਂਦੇ ਆ। ਇਹ ਦੇਖਦੇ ਆ ਕਿ ਕੰਪਨੀ ਦਾ ਵਿਜ਼ਨ ਕੀ ਆ, ਆਬਜੈਕਟਿਵ ਕੀ ਆ, ਕੰਪਨੀ ਕੋਲ ਕੈਪੀਟਲ ਕਿੰਨਾ ਹੈ, ਮੀਨਸ ਮਨੀ ਕਿੰਨੀ ਆ, ਮਾਰਕੀਟ ਦੇ ਲੋਕ ਕਿਵੇਂ ਦੇ ਆ, ਕੀ ਡਿਮਾਂਡ ਹੈ ਕੰਪਨੀ। ਉਸ ਤੋਂ ਬਾਅਦ ਹੁੰਦਾ ਕਿ ਕਿੰਨਾ ਬਜਟ ਜਿਹੜਾ ਹੈਗਾ ਐਲੋਕੇਟ ਕਰਨਾ ਹੈ, ਸਾਡੇ EMPLOYEES ਕਿਹੋ ਜਿਹੇ ਆ। ਇਹਨਾਂ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਸਟ੍ਰੈਟਜੀ ਬਣਾਈ ਜਾਂਦੀ ਹੈ। ਫਿਰ ਉਸ ਤੋਂ ਬਾਅਦ ਸਟ੍ਰੈਟਜੀ ਬਣਾਉਣ ਤੋਂ ਬਾਅਦ ਮੇਨ ਕੰਮ ਹੁੰਦਾ ਉਹਨੂੰ ਇੰਪਲੀਮੈਂਟ ਕਰਨਾ। ਹੁਣ ਬਣਾਉਣ ਤੋਂ ਬਾਅਦ ਜਦੋਂ ਸਟ੍ਰੈਟਜੀ ਨੂੰ ਵਰਕ 'ਚ ਲੈ ਕੇ ਆਉਂਦੇ ਆ, ਇਹਦੇ ਨਾਲ ਹੁੰਦਾ ਕਿ ਕੋਈ ਵੀ ਕਸਟਮਰ ਤਾਂ ਨਹੀਂ ਡਿਸਟਰਬ ਹੋ ਰਿਹਾ, ਉਹਨੂੰ ਜਿਹੜੀ ਰਿਕੁਆਇਰਮੈਂਟ ਉਹ ਕੰਪਲੀਟ ਹੁੰਦੀ ਹੈ। ਸਾਡੇ EMPLOYEES ਜਿਹੜੇ ਹੈਗੇ ਉਹ ਸਟ੍ਰੈਟਜੀ ਉੱਪਰ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ, ਕਿਉਂਕਿ ਉਹਨਾਂ ਨੂੰ ਹੋ ਸਕਦਾ ਸਟ੍ਰੈਟਜੀ ਸਮਝ ਹੀ ਨਾ ਆਉਂਦੀ ਹੋਵੇ, ਉਹਨਾਂ ਨੂੰ ਸਹੀ ਸਮਝ ਲੱਗੀ ਹੋਈ ਆ। ਜਦੋਂ ਇਹ ਵਰਕ 'ਚ ਆਏਗੀ ਤਾਂ ਜਿਹੜਾ ਐਕਸ਼ਨ 'ਚ ਆਉਂਦੀ ਹੈ ਜਦੋਂ, ਤਾਂ ਫਿਰ ਅਸੀਂ ਦੇਖਦੇ ਹਾਂ ਕਿ ਸਾਡੀ ਜਿਹੜੀ ਸਟ੍ਰੈਟਜੀ ਆ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ ਜਾਂ ਨਹੀਂ। ਇਹ ਇੰਪਲੀਮੈਂਟੇਸ਼ਨ। ਉਸ ਤੋਂ ਬਾਅਦ ਹੁੰਦਾ ਕਿ ਉਹਨੂੰ ਵੈਲੂਏਟ ਕਿਵੇਂ ਕਰਨਾ, ਇਹ ਮੇਨ ਚੀਜ਼ ਹੁੰਦੀ ਆ। ਫਿਰ ਤੁਸੀਂ ਇਸ ਸਟ੍ਰੈਟਜੀ ਦੇ ਲਈ ਜਿਹੜਾ ਹੈਗਾ ਕਰਦੇ ਹਾਂ ਅਸੀਂ ਇੱਕ ਜਜਮੈਂਟ ਕਰਦੇ ਹਾਂ, ਇੱਕ ਰਿਜ਼ਲਟ ਦੇਖਦੇ ਹਾਂ ਕਿ ਕਿਵੇਂ ਦਾ ਰਿਜ਼ਲਟ, ਮਤਲਬ ਕੰਕਲੂਜਨ ਕੱਢਦੇ ਹਾਂ ਆਪਾਂ। ਇਹਦੇ ਬਾਰੇ ਇਹ ਹੈ ਕਿ ਚੰਗੀ ਤਰ੍ਹਾਂ ਮਤਲਬ ਕਿ ਸਟ੍ਰੈਟਜੀ ਕੰਮ ਕਰ ਰਹੀ ਹੈ ਜਾਂ ਨਹੀਂ, ਉਹਦਾ
ਦੇਖਣਾ ਹੁੰਦਾ, ਸਹੀ ਉਹਦਾ ਕੰਮ ਕਰਨ ਦਾ ਤਰੀਕਾ ਦੇਖਣਾ ਹੁੰਦਾ। ਅਗਰ ਨਹੀਂ ਸਹੀ ਤਾਂ ਫਿਰ ਆਪਾਂ ਕੋਈ ਹੈਗੀ ਅਦਰਵਾਈਜ਼ ਜਿਹੜੀ ਹੈਗੀ ਨਿਊ ਟੈਕਨੋਲੋਜੀ ਮਤਲਬ ਕਿ ਕੋਈ ਸਟ੍ਰੈਟਜੀ ਆਪਾਂ ਚੇਂਜ ਕਰਦੇ ਹਾਂ ਜਾਂ ਕੁਝ ਮਤਲਬ ਕਿ ਆਪਾਂ ਚੇਂਜ ਕਰਕੇ ਜਦੋਂ ਚੇਂਜ ਕਰਦੇ ਆ ਨਾ ਫਿਰ ਸਟਾਰਟ ਦਾ ਮਤਲਬ ਕਿ ਜਦੋਂ ਆਪਾਂ ਉਹਨੂੰ ਫਾਰਮੂਲੇਟ ਕਰਨਾ, ਫਿਰ ਅਗੇਨ ਉਹਨੂੰ ਫਾਰਮੂਲੇਟ ਥੋੜਾ ਕੀਤਾ ਜਿਹਾ ਜਾਂਦਾ, ਫਿਰ ਇੱਧਰ ਆ ਦੁਬਾਰਾ ਜਾਓ ਅਗੇਨ ਉਹਨੂੰ ਫਿਰ ਪ੍ਰੋਸੈਸ ਸਿੰਦਰਪਾਲ ਦੇ ਜੀ, ਵਿੱਚ ਲੈ ਕੇ ਆਉਣਾ ਪੈਂਦਾ। ਥੋੜਾ ਇੱਧਰ ਆ ਜਾਓ। ਜੀ ਹਾਂ, ਜੀ ਫਾਰਮੂਲੇਟ ਕਰਕੇ ਉਹਨੂੰ ਫਿਰ ਪ੍ਰੋਸੈਸ ਦੇ ਵਿੱਚ ਉਸੇ ਤਰ੍ਹਾਂ ਹੀ ਲੈ ਕੇ ਆਉਣਾ ਪੈਂਦਾ, ਫਿਰ ਇੰਪਲੀਮੈਂਟ ਕਰਨਾ ਪੈਂਦਾ, ਉਹਨੂੰ ਫਿਰ ਇਵੈਲੂਏਟ ਕਰਨਾ ਪੈਂਦਾ ਜੀ। ਤੇ ਸਟ੍ਰੈਟਜੀ ਅਤੇ ਪਲੈਨਿੰਗ ਜਿਹੜੀ ਹੈ ਇਹਦੇ ਵਿੱਚ ਕੀ ਡਿਫਰੈਂਸ ਹੈ ਦੋਵਾਂ ਦੇ ਵਿੱਚ? ਜੀ ਬਹੁਤੇ ਲੋਕਾਂ ਨੂੰ ਨਾ ਸਟ੍ਰੈਟਜੀ ਔਰ ਪਲੈਨਿੰਗ ਦਾ ਡਿਫਰੈਂਸ ਨਹੀਂ ਪਤਾ ਹੁੰਦਾ, ਸਟ੍ਰੈਟਜੀ ਨੂੰ ਹੀ ਪਲਾਨ ਬੋਲਦੇ ਰਹਿੰਦੇ ਔਰ ਪਲਾਨ, ਜਦ ਕਿ ਇਹ ਦੋਨੋਂ ਚੀਜ਼ਾਂ ਨਾ ਡਿਫਰੈਂਟ ਨੇ। ਜਦੋਂ ਤੁਸੀਂ ਕਿਸੇ ਮਤਲਬ ਬਹੁਤ ਵੱਡੇ ਲੋਕਾਂ ਨੂੰ ਜਿਹਦੇ ਵਿੱਚ ਖੜੇ ਹੋਵੋਗੇ ਤਾਂ ਤੁਹਾਨੂੰ ਦੱਸਣਗੇ ਕਿ ਜਿਹੜਾ ਜਿਵੇਂ ਕਿ ਕੰਪਨੀ ਦਾ ਕੋਈ ਚੀਫ ਐਗਜ਼ੀਕਿਊਟਿਵ ਹੈ ਜਾਂ ਕੋਈ ਚੀਫ ਆਪਰੇਟਿੰਗ ਆਫਿਸਰ ਹੈ ਨਾ, ਜਾਂ ਕੁਝ ਪੋਲੀਟੀਕਲ ਲੀਡਰਸ ਆ, ਉਹ ਇਹ ਗੱਲ ਕਰਦੇ ਹੁੰਦੇ ਆ ਕਿ ਬਹੁਤ ਸਾਰੇ ਇੱਕ ਸ਼ਬਦ ਦੀ ਵਰਤੋਂ ਕਰਦੇ, ਉਹ ਹੁੰਦਾ ਕਿ ਸਟ੍ਰੈਟਜੀ, ਕਿ ਸਾਰੇ ਲੋਕ ਬਹੁਤ ਸਾਰੇ ਤਰ੍ਹਾਂ ਦੀਆਂ ਸਟ੍ਰੈਟਜੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਕਿਸੇ ਐਮਬੀਏ ਸਟੂਡੈਂਟ ਨੂੰ ਸਟ੍ਰੈਟਜੀ ਬਣਾਉਣ ਦਾ, ਬਹੁਤ ਅੱਛੀ ਸਟ੍ਰੈਟਜੀ ਬਣਾਉਣ ਦਾ ਇੱਕ ਮਨ ਹੈ, ਮੈਂ ਕਿਸੇ ਆਰਗੇਨਾਈਜੇਸ਼ਨ ਦੇ ਲਈ ਇਸ ਤਰ੍ਹਾਂ ਦਾ ਕੰਮ ਕਰਾਂ। ਸੋ ਸਭ ਲੋਕ ਸਟ੍ਰੈਟਜਿਕ ਬਣਨਾ ਚਾਹੁੰਦੇ ਆ, ਪਰ ਜ਼ਿਆਦਾ ਲੋਕਾਂ ਨੂੰ ਇਹਦਾ ਮਤਲਬ ਵੀ ਨਹੀਂ ਪਤਾ ਹੁੰਦਾ। ਇਹਦਾ ਮਤਲਬ ਹੁੰਦਾ ਕਿ ਦ ਟਰਮ ਸਟ੍ਰੈਟਜੀ ਇਜ਼ ਡਿਫਾਈਨਡ ਫਰੋਮ ਅ ਗ੍ਰੀਕ ਵਰਡ ਤੋਂ ਇਹ ਜਿਹੜਾ ਹੈਗਾ ਵਰਡ ਆਇਆ, ਗ੍ਰੀਕ ਵਰਡ ਸੀਗਾ ਸਟ੍ਰੈਟਜੀਜ਼, which means the relationship, the actual direction of military forces are distinct from the political governing is its deployment. ਐਂਡ ਮਤਲਬ ਸਟ੍ਰੈਟਜੀ ਤੇ ਪਲੈਨਿੰਗ ਦਾ ਇੱਕ ਡਿਫਰੈਂਟ ਜਿਹੜਾ ਹੈਗਾ ਨਾ, ਇਹਨਾਂ ਦਾ ਮੀਨਿੰਗ ਡਿਫਰੈਂਟ ਹੈ। ਸਟ੍ਰੈਟਜੀ ਦਾ ਮਤਲਬ ਹੁੰਦਾ ਕਿ ਯੋਜਨਾ ਬਣਾਉਣਾ, ਤੇ ਸੌਰੀ ਰਣਨੀਤੀ ਬਣਾਉਣਾ, ਔਰ ਪਲੈਨਿੰਗ ਦਾ ਮਤਲਬ ਹੁੰਦਾ ਕਿ ਯੋਜਨਾ ਬਣਾਉਣਾ। ਹੁਣ ਇਹਨਾਂ 'ਚ ਆਪਾਂ ਡਿਫਰੈਂਸ ਦੇਖਦੇ ਹਾਂ ਕਿ ਦੋਨਾਂ ਵਰਡਸ ਦੇ ਵਿੱਚ ਹੁੰਦਾ ਕੀ ਹੈ। ਤੇ ਇਹਨੂੰ ਇੰਪਲੀਮੈਂਟ ਕਿਵੇਂ ਕਰੀਏ? ਜੀ ਸਟ੍ਰੈਟਜੀ ਨੂੰ ਹਾਂਜੀ ਇੰਪਲੀਮੈਂਟ ਕਿਵੇਂ ਕਰਨਾ? ਜੀ ਪਹਿਲਾਂ ਆਪਾਂ ਇਹਨੂੰ ਪਲੈਨਿੰਗ ਤੋਂ ਵਿੱਚ ਡਿਫਰੈਂਸ ਆਪਾਂ ਕਲੀਅਰ ਕਰ ਲਈਏ, ਫਿਰ ਆਪਾਂ ਇੰਪਲੀਮੈਂਟ ਤੇ ਪਹੁੰਚਦੇ ਹਾਂ। ਸੋ ਸਭ ਤੋਂ ਪਹਿਲਾਂ ਹੈਗਾ ਕਿ ਆਪਾਂ ਸਟ੍ਰੈਟਜੀਜ਼ ਦਾ ਯੂਜ਼ ਕਰਨਾ ਕਿੱਥੇ ਆ। ਆਪਾਂ ਇਹ ਦੇਖਦੇ ਹਾਂ ਕਿ ਜਿਵੇਂ ਕਿ ਕੰਪਨੀ, ਕੋਈ ਆਰਗੇਨਾਈਜੇਸ਼ਨ, ਕੋਈ ਬਿਜ਼ਨਸ ਸਟ੍ਰੈਟਜੀ, ਮਾਰਕੀਟਿੰਗ ਸਟ੍ਰੈਟਜੀ ਜਿਹੜੀ ਹੈਗੀ ਆ, ਕੋਈ ਹਿਊਮਨ ਰਿਸੋਰਸ ਸਟ੍ਰੈਟਜੀ ਆ, ਕੋਈ ਵੀ ਹੈਗੀ ਆ ਆਪਰੇਸ਼ਨ ਸਟ੍ਰੈਟਜੀ ਹੈ ਨਾ, ਬਹੁਤ ਜ਼ਰੂਰੀ ਹੁੰਦਾ ਕਿ ਸਟ੍ਰੈਟਜੀਜ਼ ਨੂੰ ਬਣਾਉਣਾ ਔਰ ਇਹਨਾਂ ਦੇ ਅਕੋਰਡਿੰਗ ਕੰਮ ਕਰਨਾ। ਕਿਸੇ ਦੇਸ਼ ਦੀ ਇੱਕ ਸਟ੍ਰੈਟਜੀ ਹੁੰਦੀ ਆ ਕਿ ਅਸੀਂ ਕੰਮ ਕਿਵੇਂ ਕਰਨਾ ਆ, ਅਸੀਂ ਅੱਗੇ ਕਿਵੇਂ ਵਧਣਾ, ਕਿਸੇ ਐਨਜੀਓ ਦੀ ਕੋਈ ਸਟ੍ਰੈਟਜੀ ਹੁੰਦੀ ਹੈ, ਕਿਸੇ ਦੀ ਆਪਣੀ ਕੋਈ ਘਰ ਦੀ ਸਟ੍ਰੈਟਜੀ ਹੁੰਦੀ ਹੈ, ਕਿਸੇ ਦੀ ਆਪਣੀ ਪਰਸਨਲ ਸਟ੍ਰੈਟਜੀ ਹੁੰਦੀ ਆ। ਮਤਲਬ ਤੁਸੀਂ ਸੋਚਦੇ ਹੋ ਕਿ ਕੀ ਕਰਨਾ, ਕਿੱਥੇ ਜਾਣਾ ਜਾਂ ਕਿਵੇਂ ਪਹੁੰਚਣਾ, ਇਹ ਸਾਰਾ ਇਹਦਾ ਸਾਰਾ ਮਤਲਬ ਹੁੰਦਾ ਇੱਕ ਸਟ੍ਰੈਟਜੀ ਬਣਾਉਣਾ, ਮਤਲਬ ਕਿ ਪਲੈਨਿੰਗ ਵੀ ਕਰਨਾ। ਪਰ ਇਹ ਪਲੈਨਿੰਗ ਦਾ ਮਤਲਬ ਕਿ ਆਪਾਂ ਇਹਦੇ ਬਾਰੇ ਸੋਚਦੇ ਹਾਂ। ਸੋ ਸਟ੍ਰੈਟਜੀ ਦਾ ਸਿੱਧਾ ਜਿਹਾ ਮਤਲਬ ਇਹ ਹੁੰਦਾ, ਦੇਖੋ ਸਟ੍ਰੈਟਜੀ ਤੇ ਪਲੈਨਿੰਗ ਮੈਂ ਤੁਹਾਨੂੰ ਦੱਸਿਆ ਕਿ ਯੋਜਨਾ ਹੁੰਦੀ ਹੈ, ਤੇ ਸਟ੍ਰੈਟਜੀ ਇੱਕ ਹੁੰਦੀ ਹੈ ਮਤਲਬ ਕਿ ਇੱਕ ਰਣਨੀਤੀ। ਸੋ ਸਟ੍ਰੈਟਜੀ ਦਾ ਸਿੱਧਾ ਜਿਹਾ ਮਤਲਬ ਇਹ ਹੁੰਦਾ ਕਿ ਤੁਸੀਂ ਇਹ ਕੰਮ ਕਰਨਾ ਤੇ ਇਹ ਕੰਮ ਨਹੀਂ ਕਰਨਾ। ਤੁਸੀਂ ਆਪਣੇ ਮਨ ਵਿੱਚ ਸੋਚਣਾ ਕਿ ਮੈਂ ਇਹ ਕੰਮ ਕਰੂੰਗਾ ਤੇ ਇਹ ਕੰਮ ਮੈਂ ਨਹੀਂ ਕਰੂੰਗਾ। ਜਦੋਂ ਤੁਹਾਡੇ ਵਿੱਚ ਇਹ ਗੱਲ ਕਲੀਅਰ ਹੈ ਤਾਂ ਤੁਸੀਂ ਇੱਕ ਸਪੈਸੀਫਿਕ ਜਿਹੜੇ ਕੰਮ ਹੈਗੇ ਉਹ ਕਰੋਗੇ, ਤੇ ਮਤਲਬ ਦੂਸਰਾ ਕੰਮ ਤੁਸੀਂ ਨਹੀਂ ਕਰੋਗੇ। ਆਪਾਂ ਦੇਖਦੇ ਹਾਂ ਕਿ ਕੋਈ ਕੰਪਨੀ ਚਲਾਉਣੀ ਆ ਤਾਂ ਉਹਨੂੰ ਕਿਵੇਂ ਚਲਾਵਾਂਗੇ। ਦੇਖੋ ਮੈਥਮੈਟੀਕਲ ਫੋਰਕਾਸਟ ਜਿਹੜੇ ਹੁੰਦੇ ਆ, ਹੋ ਸਕਦਾ ਬਿਲਕੁਲ ਐਕੂਰੇਟ ਨਹੀਂ ਹੁੰਦੇਗੇ, ਕਿਉਂਕਿ ਕਈ ਵਾਰੀ ਇਕਨੋਮੀ ਚੇਂਜ ਹੋ ਜਾਂਦੀ ਹੈ, ਕੁਝ ਪਾਲਿਸੀਜ਼ ਚੇਂਜ ਹੋ ਜਾਂਦੀਆਂ, ਕੁਝ ਪੋਲੀਟੀਕਲ ਪਾਰਟੀਆਂ ਚੇਂਜ ਹੋ ਜਾਂਦੀਆਂ, ਕਈ ਵਾਰੀ ਕੀ ਵਾਰ ਹੋ ਜਾਂਦੀ ਹੈ, ਜਿਵੇਂ ਕਿ ਹੁਣ ਕੋਵਿਡ-19 ਆ ਗਿਆ। ਹੁਣ ਕਿਹਨੂੰ ਪਤਾ ਸੀ ਹਨਾ, ਇਹਦੇ ਨਾਲ ਵੀ ਕਿੰਨੀ ਇਕਨੋਮੀ ਜਿਹੜੀ ਹੈਗੀ ਆਪਣੀ ਡਿਸਟਰਬ ਹੋਈ ਆ। ਸੋ ਪਾਲਿਸੀਜ਼ ਵੀ ਕਿੰਨੀਆਂ ਚੇਂਜ ਕਰਨੀਆਂ ਪਈਆਂ। ਸੋ ਇਹਨਾਂ ਸਭ ਦਾ ਅੰਦਾਜ਼ਾ ਲਗਾ ਕੇ ਨਹੀਂ ਆਪਾਂ ਕਰ ਸਕਦੇ। ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ ਇੱਥੇ। ਸਪੋਜ਼ ਇੱਕ ਐਲੀਫੈਂਟ ਨਾ ਜੀ, ਤੇ ਉਹਨੂੰ ਜਦੋਂ ਛੋਟਾ ਸੀਗਾ ਨਾ, ਉਦੋਂ ਉਹਦਾ ਮੁਹਾਵਤ ਜਿਹੜਾ ਸੀਗਾ, ਉਹਦਾ ਓਨਰ ਸੀਗਾ, ਉਹਨੂੰ ਉਦੋਂ ਲੈ ਕੇ ਆਇਆ, ਤੇ ਹੁਣ ਉਹ ਵੱਡਾ ਹੋ ਚੁੱਕਿਆ ਸੀਗਾ। ਤੇ ਹੁਣ ਉਹ ਇੱਕ ਪਰਸਨ ਉੱਥੋਂ ਦੀ ਕੋਈ ਲੰਘਿਆ ਜਾਂਦਾ ਤੇ ਉਹ ਦੇਖਦਾ ਕਿ ਐਲੀਫੈਂਟ ਇੰਨਾ ਮਤਲਬ ਵੱਡਾ ਹੈਗਾ, ਪੂਰਾ ਹੈਲਦੀ ਆ, ਤੇ ਜਿਹੜੀ ਬਰੀਕ ਜੀ ਰੱਸੀ ਨਾਲ ਬੰਨਿਆ ਹੋਇਆ। ਤੇ ਇਹਦੇ ਨਾਲ ਇਹ ਹੁੰਦਾ ਕਿ ਉਹ ਜਾ ਕੇ ਉਹ ਪੁੱਛਦਾ ਵੀ ਮੈਂ ਰੀਜ਼ਨ, ਉਹਦੇ ਜਿਹੜਾ ਓਨਰ ਉਹਨੂੰ ਜਾ ਕੇ ਪੁੱਛਦਾ, ਤਾਂ ਉਹ ਜਾ ਕੇ ਪੁੱਛਦਾ, ਉਹ ਕਹਿੰਦਾ ਵੀ ਜਦੋਂ ਇਹ ਮੈਂ ਲੈ ਕੇ ਆਇਆ ਸੀ ਬਹੁਤ ਛੋਟਾ ਸੀਗਾ, ਤੇ ਉਦੋਂ ਜਿਹੜੀ ਇਹਦੀ ਰੱਸੀ ਸੀ ਉਹ ਵੀ ਬਹੁਤ ਸਟਰੋਂਗ ਸੀਗੀ, ਨਿਊ ਸੀਗੀ ਹਨਾ। ਤੇ ਹੁਣ ਜਿਹੜਾ ਹੈਗਾ ਇਹ, ਉਦੋਂ ਇਹਨੇ ਉਹਨੂੰ ਖੋਲਣ ਦੀ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਇੱਥੋਂ ਛੁੱਟ ਕੇ ਭੱਜਾਂ, ਉਦੋਂ ਇਹ ਤੋਂ ਹੀ ਨਹੀਂ ਹੋਇਆਗਾ। ਬਟ ਹੁਣ ਕੀ ਹੈ ਕਿ ਇਹ ਵੱਡਾ ਹੋ ਗਿਆ, ਇਹਦੇ ਚ ਫੋਰਸ ਵੀ ਜ਼ਿਆਦਾ ਹੈ, ਤੇ ਹੁਣ ਜਿਹੜੀ ਰੱਸੀ ਉਹ ਵੀ ਬਰੀਕ ਹੋ ਗਈ, ਉਹ ਵੀ ਮਤਲਬ ਕਿ ਘਸ ਕੇ ਪੁਰਾਣੀ ਹੋ ਗਈ ਹੈ। ਬਟ ਇਹਦੇ ਮਨ ਵਿੱਚ ਇਹੀ ਚੱਲ ਰਿਹਾ ਕਿ ਮੈਂ ਇੱਥੋਂ ਛੁੱਟ ਨਹੀਂ ਸਕਦਾ, ਜੇ ਇਹ ਰੱਸੀ ਦਗਾ ਤੇ ਤੋਂ ਮਤਲਬ ਜਾ ਸਕਦਾ, ਛੁੱਟ ਸਕਦਾ। ਮਤਲਬ ਕਿ ਜੀ ਟਾਈਮ ਟੂ ਟਾਈਮ ਜਿਹੜੀ ਹੈਗੀ ਸਟ੍ਰੈਟਜੀਜ਼ ਆਪਾਂ ਨੂੰ ਚੇਂਜ ਕਰਨੀਆਂ ਪੈਂਦੀਆਂ। ਦੇਖੋ ਮੈਂ ਦੱਸਿਆ ਕਿ ਕਾਫੀ ਸਾਰੀਆਂ ਪ੍ਰੋਬਲਮਸ ਹੁੰਦੀਆਂ, ਕਾਫੀ ਤਰ੍ਹਾਂ ਦੀਆਂ ਹੁੰਦੀਆਂ,
ਕੁਝ ਇਕਨੋਮਿਕ ਚੇਂਜ ਹੋ ਜਾਂਦਾ, ਕੁਝ ਪਾਲਿਸੀਜ਼ ਚੇਂਜ ਹੁੰਦੀਆਂ, ਕੁਝ ਪੋਲੀਟੀਕਲ ਪਾਰਟੀਆਂ ਚੇਂਜ ਹੁੰਦੀਆਂ, ਕੁਝ ਜਿਵੇਂ ਵਾਰ ਹੋ ਜਾਂਦੀ ਹੈ, ਜੋ ਕੁਝ ਵੀ ਯਾਨੀ ਕਿ ਜਿਵੇਂ ਆਪਾਂ ਕੋਵਿਡ-19 ਦੀ ਗੱਲ ਲੈ ਲਈਏ। ਸੋ ਇਹਦਾ ਜਿਹੜਾ ਹੈਗਾ ਬਿਲਕੁਲ ਫਾਇਦਾ ਹੈਗਾ। ਤੁਸੀਂ ਮਤਲਬ ਕਿ ਸਟ੍ਰੈਟਜੀ ਕਈ ਕਹਿੰਦੇ ਹੋਣ ਕਿ ਇਹਦਾ ਬਣਾਉਣ ਦਾ ਫਿਰ ਫਾਇਦਾ ਕੀ, ਅਗਰ ਚੇਂਜ ਹੀ ਹੋ ਜਾਂਦੀ ਆ ਤਾਂ ਫਾਇਦਾ ਤਾਂ ਹੁੰਦਾ ਹੈ, ਕਿਉਂਕਿ ਤੁਸੀਂ ਇੱਕ ਮਿਸ਼ਨ ਬਣਾਓ, ਲੌਂਗ ਟਰਮ ਗੋਲ ਰੱਖੋ ਕਿ ਇਹਨਾਂ ਵਿੱਚ ਕਿੰਨੇ ਈਅਰਸ ਲਈ, ਕਿੰਨੇ ਮੰਥ ਲਈ, ਕਿੰਨੇ ਵੀਕਸ ਲਈ ਜਿਹੜਾ ਹੈਗਾ ਤੁਸੀਂ ਗੋਲ ਅਚੀਵ ਕਰਨਾ ਹੈ। ਹੁਣ ਤੁਹਾਨੂੰ ਡਾਇਰੈਕਸ਼ਨ ਮਿਲ ਜੂਗੀ ਇਸ ਤਰ੍ਹਾਂ ਕਰਨ ਨਾਲ। ਹੁਣ ਤੁਹਾਨੂੰ ਕੁਝ ਬੇਸਿਕ ਪ੍ਰਿੰਸੀਪਲਸ ਚਾਹੀਦੇ ਆ, ਕੁਝ ਰੂਲਸ ਚਾਹੀਦੇ ਆ ਕਿ ਸਾਡੀ ਕੰਪਨੀ ਕਿਵੇਂ ਹੈਗੀ ਆ। ਤੁਸੀਂ ਇਹ ਸੋਚ ਲਓ ਕਿ ਸਾਡੀ ਜੋ ਵੀ ਕੰਪਨੀ ਕੁਝ ਪ੍ਰੋਡਕਟ ਬਣਾ ਰਹੀ ਹੈ, ਸਪੋਜ਼ ਕਿ ਉਹ ਪ੍ਰੋਡਕਟ ਸਾਡਾ ਖਰਾਬ ਨਹੀਂ ਬਣਨਾ ਚਾਹੀਦਾ ਹੈਗਾ, ਜਿਹੜਾ ਹੈਗਾ ਉਹਦੇ ਤੋਂ ਜਿਹੜਾ ਹੈਗਾ ਸਾਡਾ ਕਸਟਮਰ ਸੈਟੀਸਫੈਕਸ਼ਨ ਹੋਣਾ ਚਾਹੀਦਾ ਹੈ, ਬਿਲਕੁਲ ਸੈਟੀਸਫਾਈ ਹੋਣਾ ਚਾਹੀਦਾ ਹੈ। ਤੇ ਉਹਦੇ ਲਈ ਤੁਸੀਂ ਕਰੋ ਕਿ ਕੁਝ ਕੋਈ ਵੀ ਤੁਸੀਂ ਮਤਲਬ ਕਿ ਹੈਗਾ ਕੁਆਲਿਟੀ ਪ੍ਰੋਡਕਟ ਹੀ ਬਣਾਓ, ਤੇ ਕੁਝ ਹੋਰ ਨਵੀਂ ਇਨੋਵੇਸ਼ਨ ਕਰਦੇ ਰਹੋ, ਉਹਦੇ ਲਈ ਸਰਚਿਸ ਕਰਦੇ ਰਹੋ। ਮਤਲਬ ਕਿੰਨੀਆਂ ਨਵੀਆਂ ਚੀਜ਼ਾਂ ਲਈ ਸਰਚਿਸ ਬਣਾਉਣ ਦੇ ਜਿਹੜੇ ਹੈਗੇ ਆ ਤੁਹਾਡੇ ਪੈਸੇ ਜ਼ਰੂਰ ਲੱਗਣਗੇ, ਬਟ ਜਿਹੜੀ ਹੈਗੀ ਆ ਤੁਸੀਂ ਇਹ ਆਪਣੇ ਮਨ 'ਚ ਸੋਚ ਲਓ ਕਿ ਤੁਸੀਂ ਇਲੀਗਲ ਕੰਮ ਨਹੀਂ ਕਰਨਾ। ਮੈਂ ਉਹੀ ਕਹਿ ਰਿਹਾ ਕਿ ਸਟ੍ਰੈਟਜੀ ਉਹ ਹੁੰਦੀ ਹੈ ਕਿ ਤੁਸੀਂ ਇਹ ਕੰਮ ਕਰਨਾ ਹੈ ਤੇ ਇਹ ਕੰਮ ਨਹੀਂ ਕਰਨਾ। ਜਦੋਂ ਤੁਹਾਨੂੰ ਇਹ ਕਲੀਅਰ ਹੈ, ਕਸਟਮਰ ਦੀ ਸੈਟੀਸਫੈਕਸ਼ਨ ਤੁਹਾਡੇ ਲਈ ਮਸਟ ਆ। ਹੁਣ ਦੇਖੋ ਇੱਕ ਨਿਰਮਾ ਕੰਪਨੀ ਆ, ਨਿਰਮਾ ਕੰਪਨੀ ਇਨ ਇੰਡੀਆ ਫੇਮਸ ਫॉर ਦਾ ਜਿਹੜਾ ਹੈਗਾ ਸਰਫ ਵਾਸ਼ਿੰਗ ਪਾਊਡਰ ਜੀ। ਉਹਦਾ ਮਿਸ਼ਨ ਸਟੇਟਮੈਂਟ ਇਹ ਹੈ ਕਿ ਜਿਹੜਾ ਹੈਗਾ ਨਿਰਮਾ ਇਜ਼ ਅ ਕੰਜ਼ਿਊਮਰ ਆਫ a focused company committed to constantly offer better quality products and services that maximize value for to the customer। ਉਹਨਾਂ ਨੂੰ ਇਹ ਹੈ ਕਿ ਜਿਹੜਾ ਸਾਡਾ ਕਸਟਮਰ ਹੈ ਉਹ ਬਿਲਕੁਲ ਸੈਟੀਸਫਾਈ ਹੋਣਾ ਚਾਹੀਦਾ ਸਾਡੇ ਤੋਂ। ਉਹਨਾਂ ਦੀ ਮੇਨ ਇਹ ਚੀਜ਼ ਹੈਗੀ, ਮਤਲਬ ਉਹਨਾਂ ਦੀ ਜਿਹੜੀ ਹੈਗੀ ਮਿਸ਼ਨ ਸਟੇਟਮੈਂਟ ਜਿਹੜੀ ਹੈਗੀ ਉਹਨਾਂ ਦੀ ਇਹ ਆ। ਹੁਣ ਸਟ੍ਰੈਟਜੀਜ਼ ਬਣਾਉਣ ਲਈ ਕੰਪਨੀਆਂ ਖੁੱਲੀਆਂ ਹੋਈਆਂ, ਇੰਟਰਨੈਸ਼ਨਲੀ ਤੁਹਾਨੂੰ ਬਹੁਤ ਸਾਰੀ ਹੈਲਪ ਕਰ ਸਕਦੇ ਆ ਉਹ। ਸੇ ਮਤਲਬ ਕਿ ਅਗਰ ਦੇਖੋ ਥੋੜੀ ਅਗਰ ਸਟੱਡੀ ਕੀਤੀ ਹੋਈ ਹੈ, ਤੁਹਾਨੂੰ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪਏਗੀ। ਕਸਟਮਰ ਦੀ ਰਿਕੁਆਇਰਮੈਂਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਕੰਪੀਟੀਸ਼ਨ ਦੇਖੋ ਮਾਰਕੀਟ 'ਚ ਬਹੁਤ, ਤੁਸੀਂ ਆਪਣੇ ਲੌਂਗ ਟਰਮ ਦੇ ਜਾਂ ਮੀਡੀਅਮ ਟਰਮ ਦੇ ਕੁਝ ਗੋਲਸ ਲੈਂਦੇ ਜਾਓ ਤਾਂ ਤੁਸੀਂ ਆਪਣੀ ਪਲੈਨਿੰਗ ਕਰ ਸਕਦੇ ਹੋ। ਤੇ ਜਿਹੜਾ ਸਟ੍ਰੈਟਜੀ ਦਾ ਮਤਲਬ ਹੈਗਾ ਕਿ ਤੁਹਾਡੇ ਗੋਲਸ ਹੈ, ਉਹਦੇ ਤੱਕ ਤੁਸੀਂ ਪਹੁੰਚਣਾ ਕਿਵੇਂ ਆ। ਤੁਹਾਡੇ ਕੁਝ ਜਿਹੜੇ ਹੈਗੇ ਆ ਰੂਲਸ ਚੇਂਜ ਦੇਖੋ ਹੋ ਜਾਂਦੇ ਆ, ਬਟ ਉਹ ਤੱਕ ਪਹੁੰਚਣ ਲਈ ਤੁਹਾਡੇ ਕੁਝ ਜਿਹੜੀ ਹੈਗੀ ਤੁਹਾਡਾ ਏਮ ਹੈਗਾ ਉਹ ਤੁਹਾਡਾ ਸੇਮ ਹੋਣਾ ਚਾਹੀਦਾ ਹੈ। ਉਹਦੇ ਲਈ ਤੁਹਾਡੇ ਕਾਫੀ ਸਾਰੇ ਅਕੋਰਡਿੰਗ ਟੂ ਉਹ ਮਤਲਬ ਕਿ ਐਕਸਟਰਨਲ এনवायरमेंट ਤੇ ਇਕਨੋਮਿਕ ਕੰਡੀਸ਼ਨ ਦੇ ਅਕੋਰਡਿੰਗ ਚੇਂਜ ਹੋ ਜਾਂਦੇ ਆ। ਸੋ ਤੁਸੀਂ ਅੱਗੇ ਕੁਐਸਚਨ ਕੀਤਾ ਮੈਨੂੰ ਕਿ ਇੰਪਲੀਮੈਂਟ ਕਿਵੇਂ ਕਰਨਾ ਜੀ। ਇਹਦੇ ਲਈ ਆਪਾਂ ਨਾ ਦੇਖਦੇ ਹਾਂ, ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ ਵੇਅਰ ਆਰ ਵੀ ਨਾਓ, ਯਾਨੀ ਕਿ ਹੁਣ ਅਸੀਂ ਪੋਲੀਟੀਕਲੀ ਕਿੱਥੇ ਆ, ਲੀਗਲੀ ਕਿੱਥੇ ਆ, ਇਕਨੋਮਿਕਲ ਕੰਡੀਸ਼ਨ ਸਾਡੀ ਕਿੰਨੀ ਆ, ਸੋਸ਼ਲ 'ਚ ਮਤਲਬ ਕਿ ਸੋਸਾਇਟੀ ਦੇ ਵਿੱਚ ਕੀ ਕੁਝ ਨੀਡਸ ਹੈਗੀਆਂ, এনवायरमेंट ਦੇ ਫੈਕਟਰਸ ਕੀ ਹੈਗੇ ਆ। ਉਸ ਤੋਂ ਬਾਅਦ ਅਸੀਂ ਇਹ ਦੇਖਣਾ ਕਿ ਵੇਅਰ ਡੂ ਵੀ ਵਾਂਟ ਟੂ ਗੋ, ਫਿਰ ਅਸੀਂ ਦੇਖਣਾ ਹਾਊ ਡੂ ਵੀ ਗੈਟ ਦੇਅਰ, ਐਂਡ ਫਿਰ ਅਸੀਂ ਐਗਜ਼ੀਕਿਊਟ ਤੇ ਪਹੁੰਚਣਾ, ਹਾਊ ਡੂ ਵੀ ਐਗਜ਼ੀਕਿਊਟ ਸਟ੍ਰੈਟਜੀਜ਼। ਇਹ ਆਪਾਂ ਸਟੈਪ ਬਾਏ ਸਟੈਪ ਚੱਲਦੇ ਜਾਣਾ। ਫਿਰ ਜਿਹੜਾ ਹੈਗਾ ਇੰਪਲੀਮੈਂਟ, ਦੇਖੋ ਇੰਪਲੀਮੈਂਟ ਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ। ਜਦੋਂ ਰਿਲਾਇੰਸ ਕੰਪਨੀ ਆਈ ਸੀ ਨਾ ਇੰਡੀਆ ਦੇ ਵਿੱਚ, ਆਪਣੇ ਜਦੋਂ ਇਹਨਾਂ ਨੇ ਇਨਵੈਸਟਮੈਂਟ ਕੀਤੀ ਆ, ਉਦੋਂ ਇਹਨਾਂ ਦੇ 13 ਕੰਪੀਟੀਟਰ ਸੀਗੇ ਜਿਹੜੇ ਬਹੁਤ ਹਾਰਡ ਸੀਗੇ। ਹੁਣ ਆਪਾਂ ਨੂੰ ਜਿੰਨਾ ਚਿਰ ਮਾਰਕੀਟ ਦੇ ਵਿੱਚ ਪ੍ਰੋਡਕਟ ਦੀ ਸਹੀ ਜਿਹੜੀ ਹੈਗੀ ਆ ਚੀਜ਼ ਦਾ ਜਾਣਕਾਰੀ ਨਹੀਂ ਪਤਾ ਵੀ ਇਹਦੇ ਤੋਂ ਕੀ ਜਿਹੜਾ ਹੈਗਾ, ਦੇਖੋ ਨਿਰਮਾ ਤੋਂ ਆਪਾਂ ਨੂੰ ਕੀ ਚਾਹੀਦਾ, ਮਤਲਬ ਕਿ ਕੱਪੜਿਆਂ ਦੀ ਪੂਰੀ ਤਰ੍ਹਾਂ ਸਫਾਈ ਚਾਹੀਦੀ ਆਪਾਂ ਨੂੰ। ਤੇ ਇਹਨਾਂ ਨੇ ਅੱਗੇ ਕੀ ਕੀਤਾ ਕਿ ਜਿਹੜੇ 올ਡ ਮਾਰਕੀਟ ਦੇ ਵਿੱਚ ਜਿਹੜੇ ਸੀਗੇ ਡੇਟਾ ਦੇ ਰਹੇ ਸੀਗੇ ਨਾ ਪਹਿਲਾਂ, ਹੁਣ ਇੰਟਰਨੈਟ ਦੇ ਨਾਲ ਲੋਕਾਂ ਨੂੰ ਕੀ ਚਾਹੀਦਾ, ਡੇਟਾ। ਤੇ ਹੁਣ ਜਿਹੜੇ ਪਹਿਲਾਂ ਵਾਲੇ ਸੀਗੇ ਉਹ 2G 3G ਡੇਟਾ ਜਿਹੜੇ ਹੈਗੇ ਸੀ ਲੋਕਾਂ ਨੂੰ ਦੇ ਰਹੇ ਸੀਗੇ, ਬਟ ਲੋਕ ਉਹ ਤੋਂ ਵੀ ਯੂਜ਼ ਕਰਨ ਤੋਂ ਡਰਦੇ ਸੀ ਕਿ ਡੇਟਾ ਖਤਮ ਨਾ ਹੋ ਜਾਏ। ਹੁਣ ਇਹਨਾਂ ਨੇ ਕੀ ਆ ਕੇ ਕੀਤਾ, 2 ਲੱਖ ਜਿਹੜੇ ਹੈਗੇ ਕਰੋੜ ਇਨਵੈਸਟਮੈਂਟ ਇੱਕੋ ਦਮ ਆ ਕੇ ਕਰਤੀ, ਤੇ ਡੇਟਾ ਵੀ ਫ੍ਰੀ ਕਰਤਾ, ਉਹ ਕੀਤਾ ਵੀ ਕਿਹੜਾ 4G। ਸੋ ਜਿਹੜਾ ਹੈਗਾ ਪਹਿਲਾਂ ਆਪਾਂ ਨੂੰ ਜਿਹੜੀ ਮਾਰਕੀਟ ਦੀ ਆਪਾਂ ਨੂੰ ਰਿਕੁਆਇਰਮੈਂਟ ਪੂਰੀ ਪਤਾ ਹੋਣੀ ਚਾਹੀਦੀ, ਕਿ ਮਤਲਬ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਪਾਂ ਪ੍ਰੋਡਕਟ ਲੈ ਕੇ ਆ ਰਹੇ ਉਹਦੀ ਅਸਲ ਨੀਡ ਕੀ ਹੈਗੀ ਆ। ਫਿਰ ਆਪਾਂ ਨੂੰ ਦੇਖਦੇ ਹਾਂ ਕਿ ਇੰਪਲੀਮੈਂਟ ਕਿਵੇਂ ਕਰਨਾ ਜੀ। ਫਿਰ ਆਪਾਂ ਨੂੰ ਇਨਸ਼ੋਰ ਹੋਣਾ ਚਾਹੀਦਾ, ਇਨਸ਼ੋਰ ਦੈਟ ਯੂਅਰ ਸਟ੍ਰੈਟਜੀ ਕ੍ਰੀਏਟਸ ਯੂਨੀਕਨੈਸ ਦੇ ਨਾਲ, ਮਤਲਬ ਕਿ ਕੰਪਨੀ ਨੂੰ ਉਵੇਂ ਨਾ ਚਲਾਓ ਜਿਵੇਂ ਉਹ ਚੱਲਦੀ ਜਾ ਰਹੀ ਹੈ, ਉਹਨੂੰ ਥੋੜਾ ਜਿਹਾ ਟਫ, ਕਲੀਅਰ, ਬੋਲਡ, ਯੂਨੀਕ ਬਣਾਓ, ਡਿਸਟਿੰਕਟ ਬਣਾਓ। ਸੈਟ ਆਫ ਚੁਆਇਸਿਸ ਜਿਹੜੀਆਂ ਹੈਗੀਆਂ ਤੁਹਾਨੂੰ ਕ੍ਰੀਏਟਸ ਕਰਨੀਆਂ ਪੈਣਗੀਆਂ। ਫਿਰ ਉਹਦੇ ਵਿੱਚ ਆਪਾਂ ਪੋਜੀਸ਼ਨਿੰਗ ਦੇਖਦੇ ਹਾਂ, ਯੂਨੀਕਨੈਸ ਦੇ ਨਾਲ ਜਿਹੜੀ ਪੋਜੀਸ਼ਨਿੰਗ ਵੀ ਹੋ ਰਹੀ ਹੋਗੀ। ਸੋ ਉਹਦੇ ਵਿੱਚ ਹੁੰਦਾ ਕਿ ਪ੍ਰੋਡਕਟ ਉਹ ਨਾ ਹੋਵੇ ਜਿਹੜਾ ਮਾਰਕੀਟ 'ਚ ਜ਼ਿਆਦਾ ਚੱਲਦਾ ਹੋਵੇ, ਪ੍ਰੋਡਕਟ ਉਹ ਹੋਵੇ ਜਿਹਦੇ ਨਾਲ ਜਿਹੜਾ ਹੈਗਾ ਥੋੜਾ ਕਸਟਮਰ ਉਹ ਜਿਹੜਾ ਹੈਗਾ ਸੈਟਿਸਫਾਈ ਹੁੰਦਾ ਹੋਵੇ, ਜਿਹਦੇ ਨਾਲ ਉਹਦੀ ਪ੍ਰੋਬਲਮ ਸੋਲਵ ਹੁੰਦੀ ਹੋਵੇ। ਮਤਲਬ ਕਿ ਤੁਸੀਂ ਇਸ ਤਰ੍ਹਾਂ ਉਸ ਚੀਜ਼ ਨੂੰ ਇੰਪਲੀਮੈਂਟ ਕਰੋ। ਔਰ ਇਨਸੈਂਟਿਵ ਦਾ ਬਿਹੇਵੀਅਰ, ਇਨਸੈਂਟਿਵਾਈਜ਼ ਦਾ ਬਿਹੇਵੀਅਰ ਵਿਦ ਇਮੋਸ਼ਨਲ ਵੈਲਿਊ ਐਂਡ ਫਾਈਨੈਂਸ਼ੀਅਲ ਵੈਲਿਊ। ਹੁਣ ਦੇਖੋ ਤੁਹਾਡੇ ਕੋਲ ਬਹੁਤ ਸਾਰੀਆਂ ਅੱਛੀਆਂ ਸਟ੍ਰੈਟਜੀਜ਼ ਨੇ, ਤੁਸੀਂ ਬਹੁਤ ਸਾਰੇ ਵੱਡੇ ਡਿਸੀਜ਼ਨ ਲੈ ਲਏ,
ਬਟ ਤੁਹਾਡੇ EMPLOYEES ਉਹਦੇ ਲਈ ਰੈਡੀ ਨਹੀਂ, ਤੁਸੀਂ ਘਰ ਦਾ ਕੋਈ ਫੈਸਲਾ ਲੈਂਦੇ ਹੋ, ਉਸ ਤੁਹਾਡੇ ਫੈਮਿਲੀ ਮੈਂਬਰ ਉਹਦੇ ਨਾਲ ਰੈਡੀ ਨਾ ਹੋਣ ਤੁਹਾਡੇ ਨਾਲ, ਹਨਾ। ਸੋ ਇਹ ਹੁੰਦਾ ਕਿ ਪਹਿਲਾਂ ਤੁਸੀਂ ਜਿਹੜਾ ਹੈਗਾ ਆਪਣੇ ਜਿਹੜੇ EMPLOYEES ਨੂੰ ਉਹਦੇ ਨਾਲ ਇਮੋਸ਼ਨਲੀ ਜਿਹੜਾ ਹੈਗਾ ਅਟੈਚ ਕਰੋ, ਉਹਨਾਂ ਨੂੰ ਦੱਸੋ ਕਿ ਇਹ ਸਾਨੂੰ ਇਹਦੀ ਸਾਨੂੰ ਲੋੜ ਕਿਉਂ ਆ, ਦੇਸ਼ ਨੂੰ ਕੀ ਲੋੜ ਆ, ਲੋਕਾਂ ਨੂੰ ਕੀ ਲੋੜ ਆ, ਆਪਣੀ ਲਾਈਫ ਦੇ ਵਿੱਚ ਕੀ ਲੋੜ ਹੈਗੀ ਆ, ਇਹਦੇ ਨਾਲ ਆਪਾਂ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਉਹ ਕੰਪਲੀਟ ਹੋ ਸਕਦੀ ਆ। ਸੋ ਇਹ ਜਿਹੜਾ ਹੈਗਾ ਸਾਰਾ ਕੁਝ ਉਹਨਾਂ ਨੂੰ ਦੱਸਣਾ, ਫਿਰ ਉਹਨੂੰ ਆਪਾਂ ਫਾਈਨੈਂਸ਼ੀਅਲੀ ਉਹਨਾਂ ਦੀ ਹੈਗੀ ਜਿਹੜੀ ਨੀਡ ਪੂਰੀ ਕਰਨੀ ਆ। ਜਿਵੇਂ ਆਪਾਂ ਨੂੰ ਅਗਰ ਕੋਈ ਆਪਣੀ ਕੰਪਨੀ ਗਰੋ ਕਰ ਰਹੀ ਹੈ ਤਾਂ ਉਹਨੂੰ ਟਾਈਮ ਟੂ ਟਾਈਮ ਇਨਸੈਂਟਿਵ ਦਿੰਦੇ ਜਾਓ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਹੁੰਦਾ ਕਿ ਉਹਨੂੰ ਆਇਡੈਂਟੀਫਾਈ ਦਾ ਸਕਿੱਲ ਡੈਫਿਸਿਟ, ਮਤਲਬ ਕਿ ਨੌਲੇਜ ਜਿਹੜੀ ਹੋਣੀ ਚਾਹੀਦੀ ਹੈ, ਨੌਲੇਜ ਡੈਫਿਸਿਟ ਹੋਣਾ ਚਾਹੀਦਾ, ਐਗਜ਼ੀਕਿਊਸ਼ਨ ਡੈਫਿਸਿਟ ਜਿਹੜਾ ਹੋਣਾ ਚਾਹੀਦਾ। ਮਤਲਬ ਕਿ ਤੁਹਾਡੀ ਸਟ੍ਰੈਟਜੀ ਬਹੁਤ ਅੱਛੀ ਆ, ਠੀਕ ਹੈ, ਬਟ ਇਹ ਫੇਲ ਹੋ ਜਾਂਦੀ ਹੈ। ਕਿਉਂ ਹੋ ਜਾਂਦੀ ਹੈ? ਕਿਉਂਕਿ ਲੋਕਾਂ ਨੂੰ ਇਹਦੀ ਨੌਲੇਜ ਨਹੀਂ ਹੁੰਦੀ। ਕੁਐਸਚਨ ਬਹੁਤ ਵਧੀਆ, ਮੈਂ ਪੁੱਛਣਾ ਚਾਹੁੰਦੀ ਸੀ ਕਿ ਬਹੁਤ ਵਧੀਆ ਜੀ ਸਟ੍ਰੈਟਜੀ ਕਿਵੇਂ ਫੇਲ ਹੋ ਜਾਂਦੀ ਹੈ? ਜੀ ਹਾਂ ਜੀ, ਇਹਦਾ ਮਤਲਬ ਇਹ ਹੁੰਦਾ ਕਿ ਲੋਕਾਂ ਨੂੰ ਇਸ ਚੀਜ਼ ਦੀ ਨਾ ਨੌਲੇਜ ਨਹੀਂ ਹੁੰਦੀਗੀ। ਐਕਚੁਅਲ ਜਿਹੜੀ ਹੈਗੀ ਆ ਸਟ੍ਰੈਟਜੀ ਕੀ ਕਰ ਰਹੀ ਹੈ, ਤੁਹਾਡੀ ਸਟ੍ਰੈਟਜੀ ਦੇ ਵਿੱਚ ਪੇਪਰ ਵਰਕ ਜਿਹੜੀ ਹੈਗੀ ਆ, ਥੋੜੀ ਬਹੁਤ ਸਾਰੀਆਂ ਸਟ੍ਰੈਟਜੀਜ਼ ਹੁੰਦੀਆਂ, ਪੇਪਰ 'ਚ ਕਿਉਂ ਰਹਿ ਜਾਂਦੀ? ਕਿਉਂਕਿ ਉਹਦੀ ਨੌਲੇਜ ਨਹੀਂ ਹੁੰਦੀਗੀ। ਬਿਜ਼ਨਸ 'ਚ ਆਉਂਦੀ ਆ, ਜਿਵੇਂ ਦੇਖੋ ਹਾਥੀ ਸੀਗਾ ਜਿਹੜਾ ਛੁੱਟ ਸਕਦਾ ਸੀਗਾ, ਬਟ ਉਹ ਉਸ ਚੀਜ਼ ਦੀ ਉਸ ਨੂੰ ਨੌਲੇਜ ਨਹੀਂ ਹੈਗੀ ਸੀਗੀ। ਮਤਲਬ ਕਿ EMPLOYEES 'ਚ ਨੌਲੇਜ ਗੈਪ, ਸਕਿੱਲ ਗੈਪ ਜਿਹੜਾ ਹੈਗਾ, ਐਗਜ਼ੀਕਿਊਸ਼ਨ ਗੈਪ, ਇਹ ਪਹਿਲਾਂ ਖਤਮ ਕਰਨਾ ਪੈਣਾ। ਇਹ ਹੋਣਾ ਟ੍ਰੇਨਡ ਦੇ ਥਰੂ। ਉਸ ਤੋਂ ਬਾਅਦ ਹੈਗਾ ਜਿਹੜੇ ਕਿ ਇਹਦੇ ਵਿੱਚ ਕੁਛ ਨਾ ਕੁਛ ਫਲੈਕਸੀਬਿਲਿਟੀ ਰੱਖਣੀ ਪੈਣੀ ਆ ਆਪਾਂ ਨੂੰ। ਕੁਛ ਬੈਰੀਅਰਸ ਹੁੰਦੇ ਆ, ਕੰਮ ਕਰਨ ਦੇ ਤਰੀਕੇ ਹੁੰਦੇ ਆ, ਉਹਨਾਂ ਨੂੰ ਆਪਾਂ ਨੂੰ ਫਲੈਕਸੀਬਲ ਬਣਾਉਣਾ ਚਾਹੀਦਾ। ਇਹ ਨਹੀਂ ਹੈਗਾ ਕਿ ਇਹ ਕੰਮ ਹੈਗਾ, ਇਹ ਇੱਕ ਰੂਲ ਬਣਾ ਲਿਆ ਬਸ ਇਹੀ ਚੱਲਣਾ ਹੁਣ। ਮਤਲਬ ਕਿ ਕੁਛ ਨਾ ਕੁਛ ਉਹਦੇ ਵਿੱਚ ਚੇਂਜ ਵੀ ਅਗਰ ਆਪਾਂ ਨੂੰ ਕਰਨਾ ਚਾਹੀਦਾ ਟਾਈਮ ਟੂ ਟਾਈਮ, ਤਾਂ ਕਰਨਾ ਹੀ ਪੈਣਾ ਆ ਜੀ। ਔਰ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਅੱਛੀਆਂ ਸਟ੍ਰੈਟਜੀਜ਼ ਫੇਲ ਕਿਉਂ ਹੋ ਜਾਂਦੀਆਂ, ਇਹ ਤਾਂ ਮੈਂ ਤੁਹਾਨੂੰ ਰੀਜ਼ਨ ਹਾਂਜੀ। ਦੱਸਦੀ ਹਾਂ। ਲੋਕ ਸੋਚਦੇ ਆ ਸਾਡੀ ਸਟ੍ਰੈਟਜੀ ਚੰਗੀ ਹੋਏਗੀ ਤਾਂ ਜਿਹੜਾ ਹੈ ਆਰਗੇਨਾਈਜੇਸ਼ਨ ਸਾਡੀ ਬਹੁਤ ਵਧੀਆ ਚੱਲ ਜੂਗੀ, ਬਟ ਐਸਾ ਨਹੀਂ ਹੁੰਦਾਗਾ। ਸਕਿੱਲ ਵਿੱਚ ਜ਼ਰੂਰ ਸਭ ਕੁਝ ਚਾਹੀਦਾ ਆ, ਹਰ ਲੈਵਲ ਤੇ ਤੁਹਾਨੂੰ ਹਰ ਸਿਚੁਏਸ਼ਨ ਹੈਂਡਲ ਕਰਨੀ ਆਉਣੀ ਚਾਹੀਦੀ ਆ। ਦੇਖੋ ਨੋਕੀਆ ਕੰਪਨੀ ਸੀਗੀ, ਕਿਉਂ ਡੁੱਬ ਗਈ ਉਹ? ਕਿਉਂਕਿ ਉਹਦੇ ਵਿੱਚ ਜਿਹੜੇ EMPLOYEES ਸੀ ਉਹ ਦੋ ਹਿੱਸਿਆਂ ਵਿੱਚ ਵੰਡੇ ਗਏ। ਉਹਨਾਂ ਨੇ ਕੁਝ ਕਹਿੰਦੇ ਸੀ ਐਂਡਰੋਇਡ ਫੋਨ ਆਉਣਾ ਚਾਹੀਦਾ, ਕੁਝ ਕਹਿ ਰਹੇ ਸੀ ਐਂਡਰੋਇਡ ਫੋਨ ਨਹੀਂ ਹੋਣਾ ਚਾਹੀਦਾ। ਉਸ ਟਾਈਮ ਤੇ ਇੰਨਾ ਜਿਹੜਾ ਡਿਮਾਂਡ ਦੇ ਵਿੱਚ ਨਹੀਂ ਸੀਗਾ। ਸੋ ਇਹਦੇ ਨਾਲ ਕੀ ਹੋਇਆ, ਬਟ ਐਗਜ਼ੀਕਿਊਸ਼ਨ ਉਹਨਾਂ ਨੂੰ ਉਹੀ ਸੀ, ਸਭ ਕੁਝ ਪਤਾ ਸੀਗਾ ਕਿ ਇਹ ਚੀਜ਼ ਕਰਨੀ ਪੈਣੀ ਹੈ, ਇੰਪਰੂਵ ਵੀ ਕਰਨਾ ਪੈਣਾ ਹੈ। ਜ਼ਮਾਨਾ ਜਿਹੜਾ ਹੈਗਾ ਮਤਲਬ ਕਿ ਫਾਸਟ ਹੋ ਰਿਹਾ, ਬਟ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਕੀਤਾ। ਹੁਣ ਦੇਖੋ ਆਪਾਂ ਇਹ ਜੇ ਇਹਨੂੰ ਆਪਾਂ ਕਹੀਏ ਕਿ ਜਿਹੜਾ ਫਸਟ ਮੂਵਰ ਹੈਗਾ, ਜਿਹੜਾ ਫਸਟ ਟਾਈਮ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਬਿਜ਼ਨਸ ਦੇ ਵਿੱਚ, ਕਿਸੇ ਵੀ ਆਰਗੇਨਾਈਜੇਸ਼ਨ ਨੂੰ, ਕਿਸੇ ਵੀ ਨਵੇਂ ਪ੍ਰੋਡਕਟ ਨੂੰ ਲੈ ਕੇ ਆਇਆ, ਸਿਰਫ ਉਹੀ ਜਿਹੜਾ ਹੈਗਾ ਅੱਗੇ ਵੱਧ ਸਕਦਾ, ਤਾਂ ਇਹ ਬਿਲਕੁਲ ਨਹੀਂ ਹੁੰਦਾਗਾ। ਐਗਜ਼ੀਕਿਊਸ਼ਨ ਐਕਸੀਲੈਂਸ ਦੇ ਨਾਲ ਆਰਗੇਨਾਈਜੇਸ਼ਨ ਦਾ ਸਕੇਲ ਅਪ ਜਿਹੜਾ ਹੈਗਾ ਆਪਾਂ ਨੂੰ ਦੇਖਣਾ ਪੈਂਦਾ ਹੈ ਕਿ ਕਿੰਨਾ ਸਕੇਲ ਅਪ ਕਰ ਰਹੀ ਹੈ। ਇਹ ਭੁਲੇਖਾ ਹੁੰਦਾ ਕਿ ਸਾਡੇ ਆਈਡੀਆਜ਼ ਬਹੁਤ ਅੱਛੇ ਆ ਤੇ ਜਿਹੜਾ ਹਾਈ ਰੈਂਕ ਅਸੀਂ ਪਹੁੰਚ ਜਾਾਂਗੇ। ਆਈਡੀਆ ਸਿਰਫ ਇੱਕ ਸੀਡ ਹੁੰਦੇ ਆ, ਇੱਕ ਬੀਜ ਹੁੰਦੇ ਆ, ਉਹਨੂੰ ਧੁੱਪ, ਪਾਣੀ, ਖਾਦ ਜਿਹੜਾ ਹੈਗਾ ਸਭ ਕੁਝ ਚਾਹੀਦਾ ਹੁੰਦਾ ਆ। ਸੋ ਕਿਤੇ ਨਾ ਕਿਤੇ ਇੱਕ ਪੇੜ ਖੜਾ ਕਰਨ ਲਈ ਨਾ ਆਰਗੇਨਾਈਜੇਸ਼ਨ ਦੀ ਜਿਹੜੀ ਹੈਗੀ ਆ ਐਗਜ਼ੀਕਿਊਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ। ਹੁਣ ਆਪਾਂ ਗਲਤੀ ਕਿੱਥੇ ਕਰਦੇ ਹਾਂ? ਤੁਸੀਂ ਮਨੀ ਮੇਕਿੰਗ ਮਾਡਲ ਨਹੀਂ ਬਣਾਉਂਦੇ, ਠੀਕ ਹੈ ਜੀ। ਤੁਹਾਡਾ ਜਿਹੜਾ ਹੈਗਾ ਐਫਰਟ ਸਕੋਰ ਕੀ ਹੈ ਤੁਹਾਨੂੰ ਉਹ ਨਹੀਂ ਪਤਾ ਹੁੰਦਾ, ਤੁਹਾਡਾ ਰਿਜ਼ਲਟ ਸਕੋਰ ਕੀ ਹੈ, ਤੁਹਾਡੀ ਜਿਹੜੀ ਸਕੇਲ ਅਪ ਕਿੰਨਾ ਹੋਇਆ, ਜਿਹੜੀ ਕਿ ਤੁਹਾਨੂੰ ਮੰਥਲੀ ਵੀ ਨਹੀਂ ਪਤਾ ਹੁੰਦਾ, ਈਅਰਲੀ ਵੀ ਨਹੀਂ ਪਤਾ ਹੁੰਦਾ। ਇੱਥੇ ਜਾ ਕੇ ਤੁਸੀਂ ਜਿਹੜਾ ਹੈਗਾ ਬਹੁਤ ਵੱਡਾ ਧੋਖਾ ਖਾ ਜਾਂਦੇ ਹੋ। ਸੋ ਜਿਹੜਾ ਹੈਗਾ ਉਹਨੂੰ ਸਕੇਲ ਅਪ ਕਰਨਾ ਤੇ ਦੇਖਣਾ ਬਹੁਤ ਜ਼ਰੂਰੀ ਆ। ਸੋ ਹੁਣ ਆਪਾਂ ਨਾ ਇੱਥੇ ਅਗਰ ਆਪਾਂ ਕਹੀਏ, ਸੋਚੀਏ ਕੁਛ ਨਾ, ਆਪਾਂ ਪੁਆਇੰਟਸ ਦੀ ਗੱਲ ਕਰੀਏ ਨਾ ਆਪਾਂ ਜ਼ਿਆਦਾ ਸਟੱਡੀ ਦੀ ਗੱਲ ਕਰੀਏ, ਆਪਾਂ ਇਹਦੇ ਲਈ ਦੇਖਦੇ ਹਾਂ ਕਿ ਫਸਟ ਮੂਵਰ ਜਿਹੜੇ ਹੈਗੇ ਆ, ਇਹ ਭੁਲੇਖਾ ਆਪਾਂ ਨੂੰ ਕੱਢਣਾ ਪੈਣਾ ਕਿ ਹਮੇਸ਼ਾ ਜਿਹੜੇ ਫਸਟ ਮੂਵਰ ਹੀ ਹੈਗੇ ਆ, ਸਿਰਫ ਇਹ ਨਹੀਂ ਹੈਗਾ ਕਿ ਉਹੀ ਜਿਹੜੇ ਹੈਗੇ ਆ ਗਰੋ ਕਰਦੇ ਆ। ਫਾਸਟ ਮੂਵਰ ਅੱਜ ਦੇ ਜਿਹੜੇ ਹੈਗੇ ਟਾਈਮ ਦੇ ਵਿੱਚ ਗਰੋ ਕਰਦੇ ਹੁੰਦੇ ਆ। ਐਗਜ਼ੀਕਿਊਸ਼ਨ ਇਨੋਵੇਸ਼ਨ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਜਿਹਨੇ ਸ਼ੁਰੂ ਕੀਤਾ ਸਿਰਫ ਉਹੀ ਅੱਗੇ ਵੱਧ ਸਕਦਾ। ਜਦੋਂ ਜਦੋਂ ਤੁਸੀਂ ਆਪਣੇ ਆਸ-ਪਾਸ ਤੋਂ ਸਹੀ ਨੌਲੇਜ ਕਲੈਕਟ ਕਰ ਗਏ ਤਾਂ ਇਨੋਵੇਟਰ ਤੋਂ ਵੀ ਤੁਸੀਂ ਅੱਛੇ ਬਣ ਸਕਦੇ ਹੋ, ਤੁਸੀਂ ਵੱਡੇ ਬਣ ਸਕਦੇ ਹੋ। ਥੋੜੀ ਸਟ੍ਰੈਟਜੀ ਅੱਛੀ ਜ਼ਰੂਰੀ ਆ, ਬਹੁਤ ਜ਼ਰੂਰੀ ਆ, ਕਿਉਂਕਿ ਸਟ੍ਰੈਟਜੀ ਕੰਸਲਟੇਸ਼ਨਸ ਕੰਪਨੀ ਦੇਖੋ ਕਿੰਨੀਆਂ ਹੈਗੀਆਂ ਬਣਾਉਣ ਵਾਲੀਆਂ, ਜਿਨ੍ਹਾਂ ਨੂੰ ਆਪਾਂ ਕੰਸਲਟ ਕਰਕੇ ਸਟ੍ਰੈਟਜੀਜ਼ ਬਣਾ ਸਕਦੇ ਹਾਂ। ਜਿਵੇਂ ਕਿ BCG ਹੋ ਗਈ, KPMG ਹੋ ਗਈ, PwC ਹੈਗੀ, ਹੋ ਗਈ, ਇਹ ਜਿਹੜੀ ਹੈਗੀਆਂ ਸਟ੍ਰੈਟਜੀਜ਼ ਬਣਾਉਂਦੇ ਆ। ਸਿਰਫ ਇਹ ਆਪਾਂ ਨੂੰ ਸਟ੍ਰੈਟਜੀ ਬਣਾ ਕੇ ਦੇ ਸਕਦੇ ਆ, ਐਗਜ਼ੀਕਿਊਟ ਆਪਾਂ ਖੁਦ ਕਰਨੀ ਹੈ। ਫੇਲ ਹੋਣ ਦਾ ਰੀਜ਼ਨ ਮੇਨ ਇਹੀ ਹੁੰਦਾ ਕਿ ਸਾਨੂੰ ਸਹੀ ਸਟ੍ਰੈਟਜੀ ਐਗਜ਼ੀਕਿਊਟ ਨਹੀਂ ਕਰਨੀ ਆਉਂਦੀ। ਹੁਣ ਦੇਖੋ ਬਹੁਤ ਲੋਕਾਂ ਨੂੰ ਇਹ ਕਿ ਬਾਲੀਵੁੱਡ ਹਾਲੀਵੁੱਡ ਤੋਂ ਇੰਸਪਾਇਰ ਹੋ ਕੇ ਬਣਿਆ, ਸੋ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਆ ਕਿ ਐਗਜ਼ੀਕਿਊਸ਼ਨ ਨਾਲ ਤੁਸੀਂ ਮਤਲਬ ਕਿ ਆਸ-ਪਾਸ ਦੀ ਸਹੀ ਨਬਜ਼ ਜਿਹੜੀ ਹੈਗੀ ਆ ਮਾਰਕੀਟ ਦੀ ਪਛਾਣ ਕੇ ਤੁਸੀਂ ਬਹੁਤ ਵੱਡੇ ਮਤਲਬ ਕਿ ਬਿਜ਼ਨਸ ਕਰ ਸਕਦੇ ਹੋ। ਇੱਕ ਆਪਾਂ ਐਗਜ਼ਾਮਪਲ ਇੱਥੇ ਹੋਰ ਲਈਏ, ਇੰਡੀਆ 'ਚ ਦੇਖੋ ਓਯੋ ਕਿੰਨਾ ਹੋਇਆ Airbnb ਤੋਂ ਇੰਸਪਾਇਰ ਹੋ ਕੇ ਆਇਆ ਸੀਗਾ। ਹੁਣ Airbnb ਜਿਹੜਾ ਹੈਗਾ ਜੇ ਇੱਥੇ ਆ ਵੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਓਯੋ ਇੰਨਾ ਜ਼ਿਆਦਾ ਪਪੂਲਰ ਹੋ ਗਿਆ, ਠੀਕ ਹੈ ਨਾ ਜੀ। ਹੁਣ ਓਲਾ ਤੇ ਉਬੇਰ ਕੰਪਨੀਜ਼ ਆਪਾਂ ਦੇਖੀਏ ਇੰਡੀਆ 'ਚ ਹੈਗੀਆਂ ਨੇ, ਬਟ ਓਲਾ ਜਿਹੜੀ ਹੈਗੀ ਆ ਉਬੇਰ ਨਾਲੋਂ ਜ਼ਿਆਦਾ ਇੰਡੀਆ 'ਚ ਪਪੂਲਰ ਹੋ ਗਈ, ਠੀਕ ਹੈ ਨਾ ਜੀ।
ਇੱਕ ਐਗਜ਼ਾਮਪਲ ਆਪਾਂ ਹੋਰ ਦੇਖੀਏ, ਕ੍ਰਿਕਟ ਨੂੰ ਸਟਾਰਟ ਕਰਨ ਵਾਲਾ ਇੰਗਲੈਂਡ ਸੀਗਾ, ਬਟ ਉਹ ਵਰਲਡ ਕੱਪ ਉਹਨਾਂ ਨੂੰ ਹਲੇ ਤੱਕ ਵੀ ਮੈਨੂੰ ਲੱਗਦਾ ਕਿਤੇ ਨੇੜੇ ਤੇੜੇ ਨਹੀਂ ਹੋਣੇ। ਵੈਸਟ ਇੰਡੀਜ਼ ਨੇ ਜਿੱਤਿਆ, 1983 ਚ ਇੰਡੀਆ ਨੇ ਲਿਆ, ਫਿਰ 1987 ਚ ਆਸਟ੍ਰੇਲੀਆ ਨੇ, ਫਿਰ ਪਾਕਿਸਤਾਨ, ਸ਼੍ਰੀਲੰਕਾ, ਫਿਰ ਆਸਟ੍ਰੇਲੀਆ ਨੇ ਫਿਰ 3 ਵਾਰ ਲਿਆ, ਫਿਰ 2011 ਚ ਫਿਰ ਇੰਡੀਆ, ਤੇ ਜਿਹੜਾ ਹੈਗਾ ਸੀਗਾ ਇੰਗਲੈਂਡ ਮੈਨੂੰ ਲੱਗਦਾ ਨੇੜੇ ਤੇੜੇ ਕਿਤੇ ਆਇਆ ਵੀ ਨਹੀਂ ਵਰਲਡ ਕੱਪ ਦੇ। ਇਹ ਨਹੀਂ ਹੁੰਦਾ ਕਿ ਜਿਹਨੇ ਉਹ ਚੀਜ਼ ਸਟਾਰਟ ਕੀਤੀ ਆ ਸਿਰਫ ਉਹੀ ਉਸ ਚੀਜ਼ ਨੂੰ, ਅਗਰ ਤੁਸੀਂ ਮਾਰਕੀਟ ਦੀ ਨਬਜ਼ ਨੂੰ ਸਮਝਦੇ ਹੋ, ਤੁਸੀਂ ਉਸ ਚੀਜ਼ ਨੂੰ ਸਮਝਦੇ ਹੋ ਕਿ ਲੋਕਾਂ ਦੀ ਰਿਕੁਆਇਰਮੈਂਟ ਕੀ ਆ, ਸੈਟੀਸਫੈਕਸ਼ਨ ਕਿਹਦੇ ਵਿੱਚ ਹੁੰਦੀ ਆ, ਤਾਂ ਤੁਸੀਂ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਗਰੋ ਅਪ ਕਰ ਸਕਦੇ ਹੋ। ਫਸਟ ਮੂਵਰ ਦੇ ਵਿੱਚ ਦੇਖੋ, ਜ਼ੈਰੋਕਸ ਕੰਪਿਊਟਰਸ ਜਿਹੜੇ ਆਏ ਸੀਗੇ ਨਾ, ਤਾਂ ਬਹੁਤ ਪਪੂਲਰ ਹੋਏ ਸੀਗੇ। ਹੁਣ ਦੇਖੋ ਕੀ ਚੱਲ ਰਿਹਾ, ਗ੍ਰਾਫਿਕਲ ਦਾ ਜ਼ਮਾਨਾ ਆ ਗਿਆ, ਹੁਣ ਜ਼ੈਰੋਕਸ ਕਿੱਥੇ ਆ, ਹੁਣ ਐਪਲ, ਮਾਈਕਰੋਸਾਫਟ ਦੀ ਦੁਨੀਆ ਆ ਗਈ ਨਾ, ਤਾਂ ਆਸ-ਪਾਸ ਤੋਂ ਜਿਹੜੀ ਹੈਗੀ ਆਪਾਂ ਉਹਨੂੰ ਲਓ। ਇੰਸਪੀਰੇਸ਼ਨ ਕੈਨ ਬਿਕਮ ਬਿਗਰ ਦੈਨ ਇਨੋਵੇਸ਼ਨ, ਠੀਕ ਹੈ ਜੀ। ਤੇ ਜਿਹੜੇ ਹੈਗੇ ਆਪਰੇਟਿੰਗ ਸਿਸਟਮ ਚ ਹੁਣ ਦੇਖੋ ਤੁਸੀਂ, ਫਸਟ ਮੂਵਰ ਚ ਕੀ ਕੁਝ ਸੀਗਾ, ਬਲੈਕਬੇਰੀ ਸੀਗਾ, ਮੀਗੋ ਸੀਗਾ, ਓਬਾੜਾ ਸੀਗਾ, ਤੇ ਇਹ ਸਾਰੇ ਜਿਹੜੇ ਹੈਗੇ ਵਿੰਡੋਜ਼, ਇਹ ਸਾਰੀਆਂ ਜਿਹੜੀਆਂ ਹੁਣ ਆਈਸੋਲੇਟ ਹੋ ਗਈਆਂ। ਹੁਣ ਕੀ ਚੱਲ ਰਿਹਾ, ਐਂਡਰੋਇਡ ਦਾ ਜ਼ਮਾਨਾ ਆ ਗਿਆ, ਹੁਣ ਇਹ ਤੇ WhatsApp, Facebook ਜਿੱਤ ਕੇ ਆਪਾਂ ਇਹ ਸਾਰਾ ਕੁਝ ਆ ਗਿਆ, ਯਾਨੀ ਕਿ ਫਸਟ ਮੂਵਰ ਦੇ ਵਿੱਚ ਆਪਾਂ ਚੇਂਜ ਹੋਏ ਆ ਜੀ। ਜ਼ਮਾਨਾ ਜਿਹੜਾ ਹੈਗਾ ਫਸਟ ਮੂਵਰ ਦਾ ਨਹੀਂ ਹੈ, ਫਾਸਟ ਮੂਵਰ ਦਾ। ਇਸ ਲਈ ਅਸੀਂ ਐਗਜ਼ੀਕਿਊਸ਼ਨ ਜਿਹੜੀ ਹੈਗੀ ਸਾਨੂੰ ਬਹੁਤ ਅੱਛੀ ਤਰ੍ਹਾਂ ਨੂੰ ਸਾਨੂੰ ਕਰਨੀ ਆਉਣੀ ਚਾਹੀਦੀ ਆ। ਫੇਲੀਅਰ ਸਿਰਫ ਐਗਜ਼ੀਕਿਊਸ਼ਨ ਦੀ ਕਮੀ ਨਾਲ ਹੀ ਹੁੰਦੀ ਆ। ਜਿੱਥੇ ਆਈਡੀਆਜ਼ ਬਹੁਤ ਜ਼ਰੂਰੀ ਆ, ਸਟ੍ਰੈਟਜੀ ਹੋਣੀ ਵੀ ਬਹੁਤ ਜ਼ਰੂਰੀ ਆ, ਉੱਥੇ ਆਈਡੀਏਸ਼ਨ ਵਿਦਆਊਟ ਐਗਜ਼ੀਕਿਊਸ਼ਨ ਇਜ਼ ਓਨਲੀ ਇਲੂਜ਼ਨ ਐਂਡ ਡਿਲੂਜ਼ਨ। ਸੋ ਦੇਖੋ ਤੁਸੀਂ, ਨੋਕੀਆ ਦੀ ਆਪਾਂ ਗੱਲ ਕੀਤੀ, ਨੋਕੀਆ ਦੇ ਨਾਲ ਬਲੈਕਬੇਰੀ, ਮੋਟਰੋਲਾ, ਸੋਨੀ ਰਿਕਸਨ, ਇਹ ਮੈਂ ਐਗਜ਼ਾਮਪਲਸ ਤਾਂ ਲੈ ਰਹੀ ਹਾਂ ਕਿਉਂਕਿ ਇਹ ਜਿਹੜੇ ਆਪਣੇ ਡੇਲੀ ਲਾਈਫ ਦੇ ਵਿੱਚ ਆਪਣਾ ਚੇਂਜ ਹੁੰਦਾ। ਦੇਖੋ ਬਹੁਤ ਸਾਰੀ ਤੁਹਾਨੂੰ ਸਟ੍ਰੈਟਜੀਜ਼ ਦੇ ਉੱਪਰ ਬਹੁਤ ਕੁਝ ਮਿਲ ਜੂਗਾ, ਤੁਸੀਂ ਸਰਚ ਵੀ ਕਰ ਲਓਗੇ, ਠੀਕ ਹੈ ਨਾ ਜੀ। ਬਟ ਜਿਹੜਾ ਹੈਗਾ ਮੇਨ, ਜਦੋਂ ਆਪਾਂ ਜਿਹੜੀ ਆਪਣੀ ਡੇਲੀ ਲਾਈਫ ਦੇ ਵਿੱਚ ਆਪਾਂ ਚੀਜ਼ਾਂ ਦੇਖਦੇ ਆ ਨਾ, ਜਿਹੜੀਆਂ ਆਪਾਂ ਹੰਡਾਈਆਂ ਚ ਆਪਾਂ ਨੂੰ ਪਤਾ ਹੁੰਦਾ ਕਿ ਇਹ ਚੀਜ਼ਾਂ ਚੇਂਜ ਹੋਈਆਂ, ਫਿਰ ਉਦੋਂ ਦਿਮਾਗ ਚ ਆਉਂਦੀ ਹੈ ਕਿ ਹਾਂ ਇਹ ਗੱਲ ਠੀਕ ਆ। ਤਾਂ ਦੇਖੋ ਫਸਟ ਮੂਵਰ ਚ ਕੀ ਹੋਇਆ, ਨੋਕੀਆ, ਬਲੈਕਬੇਰੀ, ਮੋਟਰੋਲਾ, ਸੋਨੀ ਰਿਕਸਨ, ਇਹ ਸਾਰੇ ਬਹੁਤ ਸਾਰੇ ਆਏ, ਬਟ ਹੁਣ ਜ਼ਮਾਨਾ ਕਿਹਦਾ, ਓਪੋ, ਵੀਵੋ, ਲਾਵਾ, ਇਹ ਇੰਡੀਆ ਚ ਆਏ ਤੇ ਛਾ ਗਏ। ਮਤਲਬ ਕਿ ਤੁਸੀਂ ਆਪਣੀ ਸਟ੍ਰੈਟਜੀ ਨੂੰ ਇੰਨਾ ਕੁ ਸਟਰੋਂਗਲੀ ਐਗਜ਼ੀਕਿਊਟ ਕਰੋ। ਦੇਖੋ ਪਹਿਲਾਂ ਸੀਗਾ ਪੀਐਨਜੀ, ਡਾਬਰ, ਹਮਦਰਦ, ਇਹ ਸਾਰੇ ਇਹਨਾਂ ਨੇ 20% ਗਰੋ ਕੀਤਾ। ਹੁਣ ਕੀ ਚੱਲ ਰਿਹਾ, ਪਿਤੰਜਲੀ, ਜਿਨ੍ਹਾਂ ਨੇ ਆਉਂਦੇ 200% ਜਿਹੜਾ ਗਰੋ ਕਰਕੇ ਇਹਨਾਂ ਨੇ ਇੱਕ ਨਾਰਾ ਦਿੱਤਾ ਸਵਦੇਸ਼ੀ ਦਾ, ਜਿਹੜਾ ਕਿ ਪਪੂਲਰ ਹੋ ਗਿਆ, ਠੀਕ ਹੈ ਨਾ ਜੀ। ਤੇ ਫਸਟ ਮੂਵ ਵਿੱਚ ਆਪਾਂ ਅਗਰ ਇੰਟਰਨੈਟ ਦੇ ਨਾਲ ਆਪਾਂ ਜਿਵੇਂ ਜੀਓ ਦੀ ਐਗਜ਼ਾਮਪਲ ਲਿੱਤੀ ਸੀਗੀ, ਉਹਦੀ ਐਗਜ਼ਾਮਪਲ ਲਈਏ ਤਾਂ ਇੱਕ ਸਰਚ ਇੰਜਨਸ ਆਏ ਸੀਗੇ, ਲਾਈਕੋਸ, ਅਲਟਾ ਵਿਸਟਾ 1995 ਚ ਆਇਆ ਸੀ, ਆਈ ਥਿੰਕ ਐਗਜ਼ਾਈਟ ਆਇਆ ਸੀ, ਡੌਗ ਫਾਈਲ, MSN। ਬਟ ਹੁਣ ਕੀ ਚੱਲ ਰਿਹਾ, ਗੂਗਲ ਸਰਚ। ਤੇ ਬਹੁਤ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜਿਹੜਾ ਹੈਗਾ ਗੂਗਲ ਸਰਚ ਉਹ 18ਵਾਂ ਜਿਹੜਾ ਹੈਗਾ ਹੁੰਦਾ ਸਰਚ ਇੰਜਨ, ਜਿਹੜਾ ਕਿ 1998 ਦੇ ਵਿੱਚ ਆਇਆ ਸੀਗਾ। ਸੋ ਇਹਦੇ ਵਿੱਚ ਹੁਣ ਕਿੰਨੇ ਸਾਰੇ ਡੇਲੀ ਲੈਕਸ ਆਫ ਪੇजेस ਜਿਹੜੇ ਹੈਗੇ ਅਪਡੇਟ ਹੋ ਰਹੇ, ਜਿਹੜੀ ਵੀ ਚੀਜ਼ ਦੀ ਆਪਾਂ ਇਨਫੋਰਮੇਸ਼ਨ ਲੈਣੀ ਆ ਆਪਾਂ ਨੂੰ ਮਿਲਦੀ ਜਾਂਦੀ ਆ। ਮੀਨਸ ਹਰ ਪਰਸਨ ਨੂੰ ਆਪਣਾ ਐਨੂਅਲ ਗਰੋਥ ਰੇਟ ਪਤਾ ਹੋਵੇ, ਮਨੀ ਮੇਕਿੰਗ ਮਾਡਲ ਪਤਾ ਹੋਵੇ, ਹਰ ਡਿਪਾਰਟਮੈਂਟ ਦੇ ਹਰ ਵਿਜ਼ਨ ਦੇ ਹਰ ਪਰਸਨ ਨੂੰ ਆਪਣੀ ਜਿਹੜੀ ਹਰ ਆਰਗੇਨਾਈਜੇਸ਼ਨ ਦਾ ਗੋਲ ਕਲੀਅਰ ਹੋਵੇ, ਉਹਨੂੰ ਰੋਲ ਗੋਲ ਦੋਨੋਂ ਕਲੀਅਰ ਹੋਣੇ ਚਾਹੀਦੇ ਆ। ਅਗਰ ਤੁਹਾਡੀ ਆਰਗੇਨਾਈਜੇਸ਼ਨ ਦੇ ਬਾਹਰ ਇੱਕ ਸਪੋਜ਼ ਕੋਈ ਪੀਐਨ ਜਾਂ ਕੋਈ ਸਿਕਿਉਰਿਟੀ ਗਾਰਡ ਵੀ ਖੜਾ ਨਾ, ਤਾਂ ਉਹਨੂੰ ਵੀ ਆਰਗੇਨਾਈਜੇਸ਼ਨ ਦਾ ਗੋਲ ਕਲੀਅਰ ਹੋਵੇ ਕਿ ਸਾਡਾ ਜਿਹੜੀ ਹੈਗੀ ਆਰਗੇਨਾਈਜੇਸ਼ਨ ਦਾ ਮੇਨ ਗੋਲ ਕੀ ਹੈ, ਤਾਂ ਹੀ ਜਿਹੜਾ ਹੈਗਾ ਉਹ ਸਾਰੇ ਐਫਰਟਸ ਲਗਾ ਕੇ ਤੇ ਰਿਜ਼ਲਟ ਸਕੋਰ ਜਿਹੜਾ ਹੈਗਾ ਥੋੜਾ ਸਭ ਤੋਂ ਅੱਛਾ ਬਣ ਸਕਦਾ ਹੈ। ਸੋ ਐਟ ਲਾਸਟ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਸਟ੍ਰੈਟਜੀ ਹੈ ਤੁਹਾਡੀ ਕਲੀਅਰ ਹੋਵੇ, ਪਲੈਨਿੰਗ ਅੱਛੀ ਹੋਣੀ ਚਾਹੀਦੀ ਹੈ, ਤੁਸੀਂ ਕੀ ਕੰਮ ਕਰਨਾ ਆ, ਤੇ ਜੋ ਨਹੀਂ ਕਰਨਾ ਉਹ ਤੁਹਾਨੂੰ ਤੁਸੀਂ ਬਿਲਕੁਲ ਨਹੀਂ ਕਰਨਾ। ਸਟ੍ਰੈਟਜੀ ਦਾ ਮਤਲਬ ਹੀ ਇਹ ਹੁੰਦਾ, ਜੋ ਕੰਮ ਤੁਸੀਂ ਕਰਨਾ ਹੈ ਸਿਰਫ ਉਹੀ ਕਰਨਾ ਹੈ, ਜਿਹੜਾ ਨਹੀਂ ਕਰਨਾ ਉਹ ਨਹੀਂ ਕਰਨਾ, ਜੋ ਗਲਤ ਹੈ ਤੁਸੀਂ ਨਹੀਂ ਕਰਨਾ। ਪ੍ਰੋਡਕਟ ਤੁਸੀਂ ਮਤਲਬ ਕਿ ਅੱਛੇ ਬਣਾਉਣੇ ਆ, ਕਸਟਮਰ ਦੀ ਸੈਟੀਸਫੈਕਸ਼ਨ ਤੁਹਾਡੇ ਲਈ ਮਸਟ ਆ, ਉਹਦੀ ਰਿਕੁਆਇਰਮੈਂਟ ਜਿਹੜੀ ਕੰਪਲੀਟ ਹੋਣੀ ਚਾਹੀਦੀ ਹੈ ਉਹ ਤੁਹਾਡੇ ਲਈ ਮਸਟ ਆ, ਨਾ ਕਿ ਥੋੜਾ ਜਿਹੜਾ ਹੈਗਾ ਮਤਲਬ ਕਿ ਸਿਰਫ ਬੈਨੀਫਿਟ। ਸੋ ਜਿਹੜਾ ਹੈਗਾ ਖੁਦ ਨਾਲ ਇਹ ਕਮਿਟਮੈਂਟ ਕਰਕੇ ਰੱਖੋ। ਜਦੋਂ ਤੁਸੀਂ ਕਿਸੇ ਪਰਸਨ ਨੂੰ ਖਾਸ ਨੂੰ ਮਿਲਦੇ ਹੋ ਨਾ, ਜਿਹੜਾ ਕਿ ਬਹੁਤ ਸਪਸ਼ਟ ਤੇ ਕਲੀਅਰ ਜਿਹਾ ਹੁੰਦਾ, ਆਪਣੀ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਜਿਹੜਾ ਕਰਦਾ ਆ, ਉਹ ਤੁਹਾਨੂੰ ਵਧੀਆ ਲੱਗਦਾ। ਕਿਉਂ ਵਧੀਆ ਲੱਗਦਾ, ਕਿਉਂਕਿ ਉਹਦੀ ਜਿਹੜੀ ਬੋਲਚਾਲ ਦਾ ਢੰਗ ਜਾਂ ਉਹਦੀ ਜਿਹੜੀ ਸਟ੍ਰੈਟਜੀ ਹੁੰਦੀ ਹੈ ਬਿਲਕੁਲ ਕਲੀਅਰ ਹੁੰਦੀ ਆ। ਸੋ ਤੁਹਾਨੂੰ ਇਹ ਲੱਗੇਗਾ ਕਿ ਉਹਦਾ ਕਰੈਕਟਰ ਬਹੁਤ ਅੱਛਾ ਹੈ, ਉਹਦੀ ਪਰਸਨੈਲਿਟੀ ਬਹੁਤ ਅੱਛੀ ਆ, ਤਾਂ ਉਹ ਤੁਹਾਨੂੰ ਜਿਹੜਾ ਹੈਗਾ ਸਟਰੋਂਗ ਲੱਗਦਾ। ਸੋ ਇਹ ਹੈਗਾ ਕਿ ਤੁਹਾਨੂੰ ਜਿਹੜੀ ਹੈਗੀ ਆਪਣੀ ਸਟ੍ਰੈਟਜੀ ਜਿਹੜੀ ਹੈਗੀ ਆ ਬਣਾਉਣੀ ਵੀ ਆਉਣੀ ਚਾਹੀਦੀ ਆ, ਪਲੱਸ ਉਹਨੂੰ ਇੰਪਲੀਮੈਂਟ ਵੀ ਕਰਨਾ ਆਉਣਾ ਚਾਹੀਦਾ, ਔਰ ਪਲੱਸ ਉਹਨੂੰ ਐਗਜ਼ੀਕਿਊਟ ਵੀ ਕਰਨਾ ਆਉਣਾ ਚਾਹੀਦਾ ਹੈ ਸਟਰੋਂਗਲੀ ਜੀ। ਔਰ ਇਹਦਾ ਕਨਕਲੂਜਨ ਕੀ ਹੋਏਗਾ? ਜੀ ਕਨਕਲੂਜਨ ਇਹੀ ਹੈ ਕਿ ਤੁਹਾਨੂੰ ਇੰਪਲੀਮੈਂਟ ਅੱਛਾ ਕਰਨਾ ਆਉਣਾ ਚਾਹੀਦਾ ਤੇ ਐਗਜ਼ੀਕਿਊਸ਼ਨ ਅੱਛਾ ਕਰਨਾ ਆਉਣਾ ਚਾਹੀਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੁਣੇ ਕੋਈ ਵੀ ਪਰਸਨ ਹੈਗਾ ਉਹਨੂੰ ਐਨੂਅਲ ਗਰੋਥ ਦਾ ਪਤਾ ਹੋਣਾ ਚਾਹੀਦਾ ਹੈ, ਕਿ ਕੋਈ ਆਰਗੇਨਾਈਜੇਸ਼ਨ ਜਿਹੜਾ ਹੈਗਾ ਕੰਮ ਕਰ ਰਹੀ ਹੈ, ਠੀਕ ਹੈ ਜੀ, ਉਹਨੂੰ ਆਪਣੀ ਐਨੂਅਲ ਗਰੋਥ ਦਾ ਹੀ ਨਹੀਂ ਪਤਾ, ਹੋ ਸਕਦਾ ਉਹ ਉਹਨੂੰ ਆਪਣੀ ਮਤਲਬ ਕਿ
ਤੇ ਉਹ ਮਤਲਬ ਕਿ ਸਟ੍ਰੈਟਜੀ ਕੀ ਵੱਡੀ ਬਣਾ ਲੇ ਤੇ ਉਸ ਤੱਕ ਉਸ ਤੋਂ ਬਾਅਦ ਉਸ ਤੋਂ ਪਹੁੰਚਣਾ ਜਾਵੇ, ਉਹਦੇ ਕੋਲ ਮਨੀ ਮੇਕਿੰਗ ਮਾਡਲ ਹੀ ਨਾ ਹੋਵੇ, ਠੀਕ ਹੈ ਨਾ ਜੀ। ਤੇ ਮਤਲਬ ਕਿ ਉਹਦੇ EMPLOYEES ਨੂੰ ਉਹਦੇ ਪਤਾ ਹੀ ਨਾ ਹੋਵੇ ਕਿ ਉਹਨੇ ਗੋਲ ਅਚੀਵ ਕਰਨਾ ਕੀ ਹੈ ਐਕਚੁਅਲ ਦੇ ਵਿੱਚ, ਆਰਗੇਨਾਈਜੇਸ਼ਨ ਦਾ ਜਿਹੜਾ ਗੋਲ ਕੀ ਹੈਗਾ, ਉਹ ਸਾਰਾ ਕੁਝ EMPLOYEES ਨੂੰ ਕਲੀਅਰ ਹੋਣਾ ਚਾਹੀਦਾ ਆ। ਪਲੱਸ ਜਿਹੜਾ ਹੈਗਾ ਦਾ ਕਸਟਮਰ ਜਿਹੜਾ ਉਹਦੇ ਨਾਲ ਰਿਲੇਟਡ ਆ, ਉਹਨੂੰ ਵੀ ਉਸ ਚੀਜ਼ ਦਾ ਕਲੀਅਰ ਹੋਣਾ ਚਾਹੀਦਾ ਆ। ਜਿਹੜਾ ਐਫਰਟ ਸਕੋਰ ਹੈਗਾ, ਰਿਜ਼ਲਟ ਸਕੋਰ ਹੈਗਾ, ਤਾਂ ਹੀ ਆਪਾਂ ਜਿਹੜਾ ਹੈਗਾ ਕਲੀਅਰ ਕਰ ਸਕਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬੜੇ ਅੱਛੇ ਢੰਗ ਨਾਲ ਸਟ੍ਰੈਟੇਜਿਕ ਮੈਨੇਜਮੈਂਟ ਨੂੰ ਐਕਸਪਲੇਨ ਕੀਤਾ, ਔਰ ਉਮੀਦ ਹੈ ਵਿਊਅਰਸ ਨੂੰ ਇਸਦੀ ਸਮਝ ਆਈ ਹੋਏਗੀ ਔਰ ਜ਼ਰੂਰ ਇਹਦਾ ਲਾਹਾ ਲੈਣਗੇ। ਤੇ ਦੋਸਤੋ, ਅਸੀਂ ਅਗਲੇ ਹਫਤੇ ਫੇਰ ਇੱਕ ਨਵੇਂ ਟੌਪਿਕ ਨਾਲ ਛਿੰਦਰਪਾਲ ਜੀ ਨਾਲ ਇਸੇ ਟਾਈਮ ਸ਼ਾਮ ਦੇ 7 ਵਜੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਹੈ। ਸਤਿ ਸ੍ਰੀ ਅਕਾਲ, ਸ਼ੁਕਰੀਆ। ਸ਼ੁਕਰੀਆ।